मौजूद इस खजाने ਦੇ ਵਿੱਚ ਕਿਹੜੀਆਂ-ਕਿਹੜੀਆਂ ਚਿੱਠੀਆਂ ਮੌਜੂਦ ਨੇ, ਕੀ ਕੁਝ ਸਾਂਭ ਰੱਖਿਆ ਤੁਸੀਂ? ਮੈਡਮ ਇਹਦੇ 'ਚ ਕਈ ਲੈਟਰਸ ਇਹੋ ਜਿਹੇ ਹੈਗੇ ਆ ਜਿਹੜੇ ਕਿ ਸਾਡੇ ਕੋਲੋਂ ਮੇਰੇ ਬਜ਼ੁਰਗਾਂ ਕੋਲੋਂ ਪਰਮਿਸ਼ਨ ਮੰਗੀਆਂ ਮੈਂ ਕਿ ਸਿੱਖ ਆਰਮੀ ਵਾਸਤੇ ਅਸੀਂ ਘੋੜੇ ਖਰੀਦਣੇ ਆ, ਉਹਨੇ ਸਾਨੂੰ ਪਰਮਿਸ਼ਨ ਦਿੱਤੀ ਜਾਵੇ, ਜਾਂ ਤੁਹਾਡੀ ਟੈਰੀਟਰੀ 'ਚੋਂ ਅਸੀਂ ਪਾਸ ਕਰਨਾ ਵਾ ਉਹਦੀ ਪਰਮਿਸ਼ਨ ਦਿੱਤੀ ਜਾਵੇ, ਜਾਂ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਫਰਮਾਨ ਇਸ਼ੂ ਕੀਤਾ ਦਾ ਉਹਦੇ ਲੈਟਰ ਨੇ ਵਿਦ ਮਹਾਰਾਜਾ ਰਣਜੀਤ ਸਿੰਘ ਦੇ ਸਾਈਨ ਕੀਤੇ ਦੇ। ਇਹਨਾਂ ਨੂੰ ਹੁਣ ਤੁਸੀਂ ਨਿਲਾਮੀ ਕਰਨ ਬਾਰੇ ਸੋਚ ਰਹੇ ਹੋ ਕਿ ਇਹਨਾਂ ਦੀ ਨਿਲਾਮੀ ਕੀਤੀ ਜਾਣੀ ਹੈ, ਕਾਰਨ ਕੀ ਰਿਹਾ ਕਿ ਇਸ ਦੀ ਨਿਲਾਮੀ ਕਰਨੀ ਬਾਰੇ ਤੁਸੀਂ ਸੋਚ ਰਹੇ ਹੋ? ਮੈਡਮ ਦੇਖੋ ਪੇ ਕਾਗਜ਼ ਤੇ ਖਰਾਬ ਹੋ ਜਾਣਗੇ, ਬੜੀ ਮੁਸ਼ਕਿਲ, ਬਜ਼ੁਰਗ ਤੇ ਪਤਾ ਨਹੀਂ ਕਿਸ ਤਰ੍ਹਾਂ ਸੰਭਾਲ ਕੇ ਚਲੇ ਗਏ, ਉਹਨੂੰ ਮੇਰੇ ਕੋਲ ਅੱਗੇ ਸੰਭਾਲਿਆ ਨਹੀਂ ਜਾ ਸਕਦੇ ਕਿਉਂਕਿ ਪੇਪਰ ਡਿਸਟਰੋਏ ਹੋ ਰਹੇ ਨੇ, ਆਲਮੋਸਟ ਤੁਸੀਂ ਦੇਖ ਹੀ ਰਹੇ ਹੋ ਇੰਨੇ ਪੇਪਰ ਨੇ ਮੇਰੇ ਕੋਲ ਕਿ ਜ਼ਿਆਦਾਤਰ ਡਿਸਟਰੋਏ ਹੋ ਰਹੇ ਨੇ। ਅਗਰ ਡਿਸਟਰੋਏ ਹੋ ਜਾਣਗੇ ਤਾਂ ਇਹਦੀ ਵੈਲਿਊ ਖਤਮ। ਅਗਰ ਮੈਨੂੰ ਅੱਛਾ ਪ੍ਰਾਈਸ ਮਿਲ ਜਾਏ ਤਾਂ ਮੈਂ ਇਹਨੂੰ ਕਰ ਦਾਂਗਾ, ਸੇਲ ਕਰ ਦਿਆਂਗਾ। ਇਹ ਜਿਹੜਾ ਖਜ਼ਾਨਾ ਬੜਾ ਅਨਮੋਲ ਹੈ ਤੇ ਤੁਹਾਨੂੰ ਕੀ ਲੱਗਦਾ ਇਹਨੂੰ ਸਾਂਭਣਾ ਚਾਹੀਦਾ ਸੀ, ਇਹਨੂੰ ਸ਼ੀਸ਼ੇ 'ਚ ਜਲਾ ਲੈਂਦੇ, ਇਹਨੂੰ ਲੈਮੀਨੇਸ਼ਨ ਕਰਵਾ ਲੈਂਦੇ, ਕਿ ਉਹ ਵੇਚਣ ਬਾਰੇ ਹੀ ਕਿਉਂ ਸੋਚਿਆ ਕਿ ਇਹਦੀ ਨਿਲਾਮੀ ਕੀਤੀ ਜਾਵੇਗੀ? ਅਗਰ ਹੁਣ ਜਿੰਨੀ ਦੇਰ ਤੱਕ ਸੰਭਲੇ ਦੇ ਤੁਹਾਨੂੰ ਪਤਾ ਅੱਜ ਕੱਲ੍ਹ ਮੌਸਮ ਹੋ ਜਾਏ, ਮੋਇਸਚਰ ਵਗੈਰਾ ਆ ਗਿਆ, ਇਹਨੂੰ ਕੀੜਾ ਲੱਗ ਜਾਏਗਾ। ਕੀੜਾ ਤੁਹਾਨੂੰ ਦੇਖ ਰਹੇ ਹੋ ਤੁਸੀਂ, ਕਈ ਪੇਪਰਾਂ ਨੂੰ ਕੀੜਾ ਲੱਗ ਚੁੱਕਾ ਵਾ। ਅਗਰ ਸਾਰੇ ਪੇਪਰਾਂ ਨੂੰ ਕੀੜਾ ਲੱਗ ਗਿਆ ਤਾਂ ਇਹਦੀ ਵੈਲਿਊ ਖਤਮ ਹੈ। ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਮੇਰੇ ਕੋਲ ਇਤਿਹਾਸ ਪਿਆ ਦਾ ਉਹਦੀ ਕੋਈ ਵੈਲਿਊ ਨਹੀਂ ਰਹੇਗੀ। ਮਹਾਰਾਜਾ ਰਣਜੀਤ ਸਿੰਘ ਦੇ 6 ਵਜ਼ੀਰ ਸੀਗੇ, ਜਿਨ੍ਹਾਂ 'ਚੋਂ ਇੱਕ ਵਜ਼ੀਰ ਮੇਰੇ ਪੂਰਵਜ ਸੀਗੇ ਮਹਾਰਾਜਾ ਰਾਏ ਆਨੰਦ ਸਿੰਘ ਭੰਡਾਰੀ। ਮਤਲਬ ਕਿ ਮੇਨ ਜਿਹੜੇ ਵਜ਼ੀਰ ਸੀਗੇ ਉਹ ਸੀਗੇ ਜੋ ਵੀ ਉਹਨਾਂ ਨੇ ਕੋਈ ਐਕਸ਼ਨ ਲੈਣਾ ਹੈ ਜਾਂ ਕੋਰਸਪੋਂਡੈਂਸ ਕਰਨੀ ਹੈ ਜਾਂ ਕੁਛ ਕਰਨਾ ਹੈ ਉਹ ਮੇਰੇ ਮਤਲਬ ਬਜ਼ੁਰਗਾਂ ਕੋਲੋਂ ਪੁੱਛ ਕੇ ਦਿੰਦੇ ਸੀਗੇ। ਇਹ ਸੱਚਮੁੱਚ ਹੀ ਖਜ਼ਾਨਾ, ਕਿਉਂਕਿ ਜਿਹੜੇ ਇਤਿਹਾਸਕ ਦਸਤਾਵੇਜ਼ ਆ ਇਹ ਕਿਤੇ ਵੀ ਲੱਭਦੇ ਨਹੀਂਗੇ। ਅਕਸਰ ਮਹਾਰਾਜਾ ਸਾਹਿਬ ਦੇ ਰਾਜ ਬਾਰੇ ਜਾਂ ਉਹਨਾਂ ਦੇ ਜੀਵਨ ਬਾਰੇ ਬੜੀਆਂ ਗੱਲਾਂ ਵੀ ਕਹਿਣ ਸੁਣਨ ਨੂੰ ਮਿਲਦੀਆਂ, ਬਟ ਜਿਹੜੀ ਇਹ ਉਹਨਾਂ ਦਾ ਖਤੋ ਖਿਤਾਬ ਆ ਜਾਂ ਉਹਨਾਂ ਦਾ ਓਫੀਸ਼ੀਅਲ ਰਿਕਾਰਡ ਆ ਇਹ ਫਾਰਸੀ ਦੇ ਵਿੱਚ ਆ। ਕੁਝ ਅੰਗਰੇਜ਼ ਅਫਸਰਾਂ ਨੇ ਜੋ ਇੰਗਲਿਸ਼ ਵਿੱਚ ਵੀ ਲੈਟਰਸ ਲਿਖੇ ਨੇ। ਕੱਪੜੇ ਦੇ ਉੱਪਰ ਇੱਕ ਨਕਸ਼ਾ ਤਿਆਰ ਕੀਤਾ ਗਿਆ ਹੈ, ਇਹ ਨਕਸ਼ਾ ਕਿਸ ਚੀਜ਼ ਦਾ ਹੋਏਗਾ? ਇਹ ਜੀ ਜਿਹੜੀ ਭੰਡਾਰੀਆਂ ਨੂੰ ਜਗੀਰ ਦਿੱਤੀ ਸੀ ਮਹਾਰਾਜਾ ਸਾਹਿਬ ਨੇ, ਇਹ ਜਿਹੜਾ ਨਕਸ਼ਾ ਜਿਹੜਾ ਅਸੀਂ ਦੇਖਦੇ ਪਏ ਆ, ਇਹ ਅਚਲ ਸਾਹਿਬ ਜਿਹੜਾ ਉੱਥੇ ਅਚਲੇਸ਼ਵਰ ਧਾਮ ਆ, ਮੰਦਿਰ ਆ, ਇਹ ਉੱਥੋਂ ਦਾ ਨਕਸ਼ਾ ਵਾ ਜਿਹੜੀ ਉਹਨਾਂ ਨੂੰ ਜਗੀਰ ਅਲਾਟ ਕੀਤੀ ਸੀ। ਕਿਉਂਕਿ ਆਲੇ ਦੁਆਲੇ ਜਿਵੇਂ ਲਿਖਿਆ ਚਾਲ ਪਿੰਡ ਆ, ਸੱਲੋ ਪਿੰਡ ਆ, ਇਹ ਸਾਰਾ ਉਸ ਜਗ੍ਹਾ ਦਾ ਨਕਸ਼ਾ ਵਾ। ਬਿਲਕੁਲ ਜੀ, ਇਹ ਜਿਹੜੇ ਰਾਏ ਆਨੰਦ ਸੀ ਇਹ ਮਹਾਰਾਜਾ ਰਣਜੀਤ ਸਿੰਘ ਦੇ ਵਕੀਲ ਸੀ। ਇਹ ਅਕਸਰ ਚਿੱਠੀਆਂ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ, ਜਿਹੜੀਆਂ ਇੰਗਲਿਸ਼ ਦੇ ਵਿੱਚ ਚਿੱਠੀਆਂ ਵਾ ਉਹਦੇ ਵਿੱਚ ਜ਼ਿਕਰ ਆ ਵੀ ਇਹ ਕਦੀ ਇਹ ਲੁਧਿਆਣੇ ਜਾ ਰਹੇ ਅੰਗਰੇਜ਼ ਅਫਸਰ ਜਿਹੜੇ ਵਾਇਸਰਾਏ ਸੀ ਉਸ ਸਮੇਂ ਉਹਨਾਂ ਨੂੰ ਮਿਲਣ ਜਾ ਰਹੇ, ਉਹਨਾਂ ਨੂੰ ਲੈਟਰ ਲਿਖ ਰਹੇ, ਉਹਨਾਂ ਦੇ ਇਹਨਾਂ ਨੂੰ ਆ ਰਹੇ ਆ। ਇਹ ਜਿਹੜਾ ਰਿਕਾਰਡ ਆ ਇਹ ਖਾਲਸਾ ਦਰਬਾਰ ਦਾ ਓਫੀਸ਼ੀਅਲ ਰਿਕਾਰਡ ਆ। ਇਹਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਵਾ ਜਿਹੜੀਆਂ ਕਿਸੇ ਨੂੰ ਅਜੇ ਤੱਕ ਸ਼ਾਇਦ ਪਤਾ ਵੀ ਨਾ ਹੋਣ। ਆਹ ਇੱਕ ਲੈਟਰ ਆ, 13 ਜੂਨ 1829 ਨੂੰ ਕੈਪਟਨ CM ਵਾਡੇ ਨੇ ਰਾਏ ਰਾਮ ਦਿਆਲ ਜੀ ਨੂੰ ਲਿਖੀ ਸੀ। ਸੋ ਉਹਨਾਂ ਦੇ ਸਿਗਨੇਚਰ ਆ ਉਸ ਸਮੇਂ ਦੇ ਅੰਗਰੇਜ਼ ਆਫੀਸਰ ਸੀ, ਉਹਨਾਂ ਵੱਲੋਂ ਉਹਨਾਂ ਦੇ ਸਿਗਨੇਚਰ ਆ, ਉਹਨਾਂ ਦੀ ਮੋਹਰ ਆ। ਸ਼ੇਰੇ ਪੰਜਾਬ ਘੁਲਾਉਂਦੇ ਸੀਗੇ। ਸ਼ੇਰੇ ਪੰਜਾਬ ਕਿਵੇਂ ਥੋੜ੍ਹੀ ਘਵਾਇਆ ਜਾ ਸਕਦਾ? ਸ਼ੇਰੇ ਪੰਜਾਬ ਮੀਨਸ ਪੰਜਾਬ ਦਾ ਸ਼ੇਰ। ਪੰਜਾਬ ਦਾ ਸ਼ੇਰ ਕਿਹੋ ਜਿਹਾ ਹੁੰਦਾ ਤੁਹਾਨੂੰ ਪਤਾ ਹੀ ਹੋਏਗਾ। ਫਿਰ ਅੱਜ ਭਾਵੇਂ ਬੇਸ਼ੱਕ ਲੋਕਤੰਤਰੀ ਸਰਕਾਰਾਂ ਵਾ, ਮੈਂ ਤਾਂ ਇਹ ਵੀ ਕਿਸੇ ਵੇਲੇ ਮਹਿਸੂਸ ਕਰਦਾ ਕਿ ਉਹ ਅੱਜ ਦੀਆਂ ਲੋਕਤੰਤਰੀ ਸਰਕਾਰਾਂ ਨਾਲੋਂ ਵੀ ਉਹਨਾਂ ਦਾ ਰਾਜ ਪ੍ਰਬੰਧ ਬਹੁਤ ਵਧੀਆ ਹੈ, ਕਿਉਂਕਿ ਉਹਨਾਂ ਦੇ ਰਾਜ 'ਚ ਕਿਸੇ ਨੂੰ ਫਾਂਸੀ ਨਹੀਂ ਹੋਈ ਅਤੇ ਕਾਨੂੰਨ ਵਿਵਸਥਾ ਬਹੁਤ ਵਧੀਆ ਸੀ। ਜੇ ਕਿਤੇ ਕਾਲ ਪੈ ਜਾਂਦਾ ਤੇ ਮਹਾਰਾਜਾ ਸਾਹਿਬ ਪਾਂਡੀ ਬਾਦਸ਼ਾਹ ਬਣ ਜਾਂਦੇ ਸੀ ਅਤੇ ਖੁਦ ਸਿਰ 'ਤੇ ਪੰਡ ਚੁੱਕ ਕੇ ਗਰੀਬ ਦੇ ਘਰ ਅਨਾਜ ਛੱਡ ਕੇ ਆਉਂਦੇ ਸੀ। ਇੱਥੇ ਸਿਰਫ ਭੰਡਾਰੀ ਪਰਿਵਾਰ ਹੀ ਰਹਿੰਦੇ ਸੀਗੇ, ਲੇਕਿਨ ਜੋ ਟਾਈਮ ਬੀਤਦਾ ਗਿਆ ਭੰਡਾਰੀ ਪਰਿਵਾਰ ਬਾਹਰ ਜਾਂਦੇ ਰਹੇ। ਕੋਈ ਅਮਰੀਕਾ ਚਲਾ ਗਿਆ, ਕੋਈ ਦਿੱਲੀ ਚਲਾ ਗਿਆ, ਕੋਈ ਇੱਧਰ ਚਲਾ ਗਿਆ, ਕੋਈ ਕਪੂਰਥਲੇ ਚਲਾ ਗਿਆ। ਇਸ ਤਰ੍ਹਾਂ ਜਾਂਦੇ ਰਹੇ ਅਤੇ ਲੇਕਿਨ ਭੰਡਾਰੀ ਮਹੱਲਾ ਅਜੇ ਤੱਕ ਕਾਇਮ ਹੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਮਨਦੀਪ ਕੌਰ ਸੰਧੂ। ਪੰਜਾਬ ਦੇ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਮਹਾਰਾਜਾ ਰਣਜੀਤ ਸਿੰਘ, ਜਿਨ੍ਹਾਂ ਨੂੰ ਸ਼ੇਰੇ ਪੰਜਾਬ ਦੇ ਨਾਮ ਨਾਲ ਨਹੀਂ ਜਾਣਿਆ ਜਾਂਦਾ ਹੈ। ਜੇਕਰ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰੀਏ ਤਾਂ ਉਹ ਇੱਕ ਬਹਾਦਰ, ਜੰਗਜੂ, ਦਲੇਰ ਤੇ ਮਹਾਨ ਸ਼ਖਸੀਅਤ ਦੇ ਮਾਲਕ ਸਨ। ਮਹਾਰਾਜਾ ਰਣਜੀਤ ਸਿੰਘ ਨੇ ਜਿੱਥੇ ਪੰਜਾਬ ਤੇ ਰਾਜ ਕੀਤਾ ਹੈ, ਉੱਥੇ ਪੰਜਾਬ ਦੇ ਲੋਕਾਂ ਦੇ ਦਿਲਾਂ ਤੇ ਵੀ ਰਾਜ ਕੀਤਾ।
ਖਾਲਸਾ ਦਰਬਾਰ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਖਾਲਸਾ ਦਰਬਾਰ ਦੇ ਵਿੱਚ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਜੋ ਫੌਜਾਂ ਹੋਈਆਂ ਕਰਦੀਆਂ ਸਨ ਜਾਂ ਵਕੀਲ ਹੋਇਆ ਕਰਦੇ ਸਨ ਤਾਂ ਉਹਨਾਂ ਦੇ ਵੀ ਜਿਹੜੀ ਰੁਤਬਾ ਬੜਾ ਵੱਡਾ ਹੁੰਦਾ ਸੀ, ਅਹੁਦੇਦਾਰੀਆਂ ਵੱਡੀਆਂ ਜਿਹੜੀਆਂ ਬਖਸ਼ੀਆਂ ਹੋਈਆਂ ਸਨ ਮਹਾਰਾਜਾ ਰਣਜੀਤ ਸਿੰਘ ਨੇ। ਤੇ ਅੱਜ ਅਸੀਂ ਉਸੇ ਹੀ ਇੱਕ ਵਕੀਲ ਜੋ ਕਿ ਵਕੀਲ ਉਹਨਾਂ ਦੇ ਦਰਬਾਰ ਵਿੱਚ ਹੋਇਆ ਕਰਦੇ ਸਨ, ਆਨੰਦ ਰਾਏ ਭੰਡਾਰੀ ਬਟਾਲਾ ਵਿਖੇ ਮੌਜੂਦ ਹਾਂ। ਅਸੀਂ ਬਟਾਲਾ ਦੇ ਵਿੱਚ ਅੱਜ ਉਹਨਾਂ ਦੇ ਪਰਿਵਾਰ ਨੂੰ ਮਿਲਣ ਦੇ ਲਈ ਪਹੁੰਚੇ ਹੋਏ ਹਾਂ। ਖਾਸ ਜਿਹੜੀ ਜਾਣਕਾਰੀ ਹੈ ਉਹ ਕਿਉਂ ਪਹੁੰਚੇ ਹੋਏ ਹਾਂ ਇਹ ਦੇ ਦਿੰਦੇ ਹਾਂ। ਕੁਝ ਅੱਜ ਬਹੁਤ ਵੱਡਾ ਜਿਹੜਾ ਖਜ਼ਾਨਾ ਉਹਨਾਂ ਦੇ ਕੋਲ ਆ ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਜੇਕਰ ਗੱਲ ਕਰੀਏ ਤਾਂ ਅਸੀਂ ਪਹਿਲਾਂ ਅਕਸਰ ਹੀ ਮਹਾਰਾਜਾ ਰਣਜੀਤ ਸਿੰਘ ਦੀਆਂ ਜਿਹੜੀਆਂ ਹਵੇਲੀਆਂ ਜਿਹੜੀਆਂ ਜਿੱਥੇ ਉਹ ਬਹੁਤ ਸਾਰਾ ਸਮਾਂ ਬਿਤਾ ਕੇ ਗਏ ਸਨ ਉਹ ਖੰਡਰ ਹੋ ਗਈਆਂ ਸਨ, ਉਹ ਡੇਲੀ ਪੋਸਟ ਪੰਜਾਬੀ ਤੇ ਪਹਿਲਾਂ ਦਿਖਾ ਚੁੱਕੇ ਹਾਂ। ਪਰ ਅੱਜ ਜੋ ਖਜ਼ਾਨਾ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਸ ਨੂੰ ਦੇਖ ਕੇ ਤਾਂ ਬਹੁਤ ਸਾਰੇ ਲੋਕ ਜਿਹੜੇ ਸਪੈਸ਼ਲ ਇਸ ਨੂੰ ਖਰੀਦਣ ਦੇ ਲਈ ਵੀ ਜ਼ਰੂਰ ਆਉਣਗੇ। ਬਿਲਕੁਲ ਜੀ, ਪਹਿਲਾਂ ਅਸੀਂ ਉਹਨਾਂ ਦੇ ਪਰਿਵਾਰ ਦੀ ਤੁਹਾਡੇ ਨਾਲ ਰੂਬਰੂ ਕਰਵਾ ਦਿੰਦੇ ਹਾਂ। ਉਹਨਾਂ ਦੇ ਪਰਿਵਾਰ ਦੇ ਵਿੱਚੋਂ ਸਾਡੇ ਨਾਲ ਇੱਥੇ ਸੁਨੀਲ ਭੰਡਾਰੀ ਮੌਜੂਦ ਨੇ ਤੇ ਇੱਧਰ ਸਾਡੇ ਨਾਲ ਇੰਦਰਜੀਤ ਸਿੰਘ ਹਰਪੁਰਾ ਮੌਜੂਦ ਨੇ ਜੋ ਕਿ ਇਸ ਖੋਜ ਜਿਹੜੀ ਇਹਨਾਂ ਨੇ ਕੀਤੀ ਉਸ ਤੋਂ ਬਾਅਦ ਅਸੀਂ ਇੱਥੇ ਆਏ ਹਾਂ। ਪਹਿਲਾਂ ਸਵਾਗਤ ਕਰਦੇ ਹਾਂ, ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਮੈਡਮ ਜੀ ਆਪ ਜੀ ਦਾ ਵੀ ਬਹੁਤ ਬਹੁਤ ਸਵਾਗਤ ਹੈ। ਮਿਹਰਬਾਨੀ ਜੀ, ਥੈਂਕ ਯੂ ਜੀ। ਸੋ ਬਿਲਕੁਲ ਜੀ, ਅੱਜ ਸਭ ਤੋਂ ਪਹਿਲਾਂ ਇਹ ਕਿ ਇਹ ਬਹੁਤ ਇੰਪੋਰਟੈਂਟ ਜਿਹੜੇ ਨੇ ਡਾਕੂਮੈਂਟ ਨੇ, ਬਹੁਤ ਸਾਰਾ ਖਜ਼ਾਨਾ ਤੁਹਾਡੇ ਕੋਲ, ਇਹ ਕਿਸ ਤਰ੍ਹਾਂ ਸਾਂਭਿਆ ਗਿਆ, ਆਇਆ ਕਿੱਥੋਂ ਹੈ? ਮੈਡਮ ਸਾਡੇ ਜਿਹੜੇ ਬਜ਼ੁਰਗ ਸੀਗੇ ਉਹ ਵਕੀਲ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ, ਉਹਨਾਂ ਦੇ ਲੈਟਰ ਜਿਹੜੇ ਸਾਡੇ ਕੋਲ ਪਏ ਨੇ ਉਹ ਮੇਰੇ ਬਜ਼ੁਰਗਾਂ ਨੇ ਕੈਮੀਕਲ ਰੱਖ ਕੇ ਜਾਂ ਕੋਈ ਦਵਾਈ ਰੱਖ ਕੇ ਸੰਭਾਲ ਲਿਆ ਹੈ। ਉਹਨਾਂ ਦੀ ਮਿਹਰਬਾਨੀ ਨਾਲ ਹੀ ਮੇਰੇ ਕੋਲ ਇਹ ਪਹੁੰਚਿਆ ਦਾ ਵਾ। ਤੁਹਾਡੇ ਕੋਲ ਇਹ ਜਦੋਂ ਤੁਹਾਡੇ ਪੀੜ੍ਹੀਆਂ ਦੇ ਵਿੱਚੋਂ ਜਿਹੜੇ ਤੁਸੀਂ ਸਾਂਭੇ ਹੋਏ ਨੇ ਡਾਕੂਮੈਂਟਸ ਹਨਾ, ਇਹ ਤੁਹਾਡੀ ਕਿੰਨਵੀਂ ਪੀੜ੍ਹੀ ਚੱਲਦੀ ਪਈ ਹੈ? ਮੈਡਮ ਮੇਰੀ 7ਵੀਂ ਪੀੜ੍ਹੀ ਹੈ, 7ਵੀਂ ਪੀੜ੍ਹੀ ਹੈ ਮੇਰੀ। ਮੇਰੇ ਉਸ ਤੋਂ ਪਹਿਲਾਂ ਮਤਲਬ ਕਿ ਸਾਡੇ ਕਿਸ਼ਨ ਚੰਦ ਜੀ ਸੀਗੇ, ਉਸ ਤੋਂ ਬਾਅਦ ਪੀੜ੍ਹੀ ਚੱਲਦੀ ਰਹੀ। ਮੇਰੇ ਗ੍ਰੈਂਡਫਾਦਰ ਦਾ ਨਾਮ ਇੰਦਰਜੀਤ ਸਿੰਘ ਭੰਡਾਰੀ ਸੀਗੇ, ਮੇਰੇ ਗ੍ਰੈਂਡ ਟੂ ਗ੍ਰੈਂਡਫਾਦਰ ਦਾ ਨਾਮ ਰਾਏ ਸ਼ਿਵ ਸਿੰਘ ਭੰਡਾਰੀ ਸੀਗਾ, ਮੇਰੇ ਫਾਦਰ ਦਾ ਨਾਮ ਜਗਜੀਤ ਸਿੰਘ ਭੰਡਾਰੀ ਹੈ, ਮੇਰਾ ਨਾਮ ਸੁਨੀਲ ਭੰਡਾਰੀ ਹੈ। ਬਸ ਸਾਡੀ ਇਸ ਤਰ੍ਹਾਂ ਹੀ ਚੱਲ ਰਿਹਾ ਜੀ ਕੰਮ। ਭੰਡਾਰੀਆਂ ਦਾ ਨਾਮ ਬੜਾ ਹੋਇਆ ਕਰਦਾ ਕਿਉਂਕਿ ਜਦੋਂ ਆ ਰਹੇ ਸੀ ਬਟਾਲਾ ਦੇ ਵਿੱਚ ਐਂਟਰੀ ਹੋਈ ਤਾਂ ਗੇਟ ਤੇ ਵੀ ਦੇਖਿਆ ਉਹ ਤੁਹਾਡੇ ਹੀ ਜਿਹੜੇ ਖਾਨਦਾਨ ਦੇ ਨਾਮ ਤੇ ਜਿਹੜਾ ਗੇਟ ਦਾ ਨਾਮ ਵੀ ਪਿਆ ਹੋਇਆ। ਹਾਂਜੀ ਮੈਡਮ, ਇਹ ਕਿ ਜਿਸੇ ਅਸੀਂ ਬੈਠੇ ਆ ਹੈਗਾ ਭੰਡਾਰੀ ਮੱਲਾ, ਇੱਥੇ ਸਿਰਫ ਭੰਡਾਰੀ ਪਰਿਵਾਰ ਹੀ ਰਹਿੰਦੇ ਸੀਗੇ। ਲੇਕਿਨ ਜੋ ਟਾਈਮ ਬੀਤਦਾ ਗਿਆ ਭੰਡਾਰੀ ਪਰਿਵਾਰ ਬਾਹਰ ਜਾਂਦੇ ਰਹੇ, ਕੋਈ ਅਮਰੀਕਾ ਚਲਾ ਗਿਆ, ਕੋਈ ਦਿੱਲੀ ਚਲਾ ਗਿਆ, ਕੋਈ ਇੱਧਰ ਚਲਾ ਗਿਆ, ਕੋਈ ਕਪੂਰਥਲੇ ਚਲਾ ਗਿਆ, ਇਸ ਤਰ੍ਹਾਂ ਜਾਂਦੇ ਰਹੇ। ਤੇ ਲੇਕਿਨ ਭੰਡਾਰੀ ਮਹੱਲਾ ਅਜੇ ਤੱਕ ਕਾਇਮ ਹੀ ਹੈ। ਭੰਡਾਰੀ ਮਹੱਲੇ ਦੇ ਨਾਮ ਤੇ ਹੀ ਅੱਜ ਚੱਲ ਰਿਹਾ ਅਜੇ ਤੱਕ। ਜੀ ਬਿਲਕੁਲ ਜੀ, ਜੇਕਰ ਗੱਲ ਕਰ ਲੈਂਦੇ ਹਾਂ ਕਿ ਇਹ ਬਹੁਤ ਸਾਰਾ ਜਿਹੜਾ ਖਜ਼ਾਨਾ ਤੁਹਾਡੇ ਕੋਲ ਆਇਆ ਤੁਹਾਡੀਆਂ ਪੀੜ੍ਹੀਆਂ ਤੋਂ, ਜੋ ਤੁਹਾਡੇ ਪੂਰਵਜ ਹੈ ਉਹਨਾਂ ਨੇ ਸਾਂਭਿਆ ਹੋਇਆ ਹੈ, ਪਰ ਅਸੀਂ ਹੁਣੇ ਗੱਲ ਕਰ ਦਿੰਦੇ ਹਾਂ ਕਿ ਇਹਦਾ ਵਿੱਚ ਕੀ ਮੌਜੂਦ ਹੈ? ਖਜ਼ਾਨੇ ਦੇ ਵਿੱਚ ਕਿਹੜੀਆਂ ਚਿੱਠੀਆਂ ਮੌਜੂਦ ਨੇ, ਕੀ ਕੁਝ ਸਾਂਭ ਰੱਖਿਆ ਤੁਸੀਂ? ਮੈਡਮ ਇਹਦੇ 'ਚ ਕਈ ਲੈਟਰਸ ਇਹੋ ਜਿਹੇ ਹੈਗੇ ਆ ਜਿਹੜੇ ਕਿ ਸਾਡੇ ਕੋਲ ਮੇਰੇ ਬਜ਼ੁਰਗਾਂ ਕੋਲੋਂ ਪਰਮਿਸ਼ਨ ਮੰਗੀਆਂ ਮੈਂ ਕਿ ਸਿੱਖ ਆਰਮੀ ਵਾਸਤੇ ਅਸੀਂ ਘੋੜੇ ਖਰੀਦਣੇ ਆ, ਉਹਨੇ ਸਾਨੂੰ ਪਰਮਿਸ਼ਨ ਦਿੱਤੀ ਜਾਵੇ, ਜਾਂ ਤੁਹਾਡੀ ਟੈਰੀਟਰੀ 'ਚੋਂ ਅਸੀਂ ਪਾਸ ਕਰਨਾ ਵਾ ਉਹਦੀ ਪਰਮਿਸ਼ਨ ਦਿੱਤੀ ਜਾਵੇ, ਜਾਂ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਫਰਮਾਨ ਇਸ਼ੂ ਕੀਤਾ ਦਾ ਉਹਦੇ ਲੈਟਰ ਨੇ ਵਿਦ ਮਹਾਰਾਜਾ ਰਣਜੀਤ ਸਿੰਘ ਦੇ ਸਾਈਨ ਕੀਤੇ ਦੇ। ਇਹ ਸਾਰੇ ਪੇਪਰ ਮੇਰੇ ਕੋਲ ਇਸ ਟਾਈਮ ਮੌਜੂਦ ਨੇ ਸਾਰੇ। ਹੁਣ ਆਉਣੇ ਆ ਮੇਨ ਮੁੱਦੇ ਤੇ। ਇਹਨਾਂ ਨੂੰ ਹੁਣ ਤੁਸੀਂ ਨਿਲਾਮੀ ਕਰਨ ਬਾਰੇ ਸੋਚ ਰਹੇ ਹੋ ਕਿ ਇਹਨਾਂ ਦੀ ਨਿਲਾਮੀ ਕੀਤੀ ਜਾਣੀ ਹੈ, ਕਾਰਨ ਕੀ ਰਿਹਾ ਕਿ ਇਸ ਦੀ ਨਿਲਾਮੀ ਕਰਨੀ ਬਾਰੇ ਤੁਸੀਂ ਸੋਚ ਰਹੇ ਹੋ? ਮੈਡਮ ਦੇਖੋ, ਪੇ ਕਾਗਜ਼ ਤੇ ਖਰਾਬ ਹੋ ਜਾਣਗੇ, ਬੜੀ ਮੁਸ਼ਕਿਲ। ਬਜ਼ੁਰਗ ਤੇ ਪਤਾ ਨਹੀਂ ਕਿਸ ਤਰ੍ਹਾਂ ਸੰਭਾਲ ਕੇ ਚਲੇ ਗਏ, ਉਹਨੂੰ ਮੇਰੇ ਕੋਲ ਅੱਗੇ ਸੰਭਾਲਿਆ ਨਹੀਂ ਜਾ ਸਕਦਾ ਕਿਉਂਕਿ ਪੇਪਰ ਡਿਸਟਰੋਏ ਹੋ ਰਹੇ ਨੇ। ਆਲਮੋਸਟ ਤੁਸੀਂ ਦੇਖ ਹੀ ਰਹੇ ਹੋ ਇੰਨੇ ਪੇਪਰ ਨੇ ਮੇਰੇ ਕੋਲ ਕਿ ਜ਼ਿਆਦਾ ਡਿਸਟਰੋਏ ਹੋ ਰਹੇ ਨੇ। ਅਗਰ ਡਿਸਟਰੋਏ ਹੋ ਜਾਣਗੇ ਤਾਂ ਇਹਦੀ ਵੈਲਿਊ ਖਤਮ। ਅਗਰ ਮੈਨੂੰ ਅੱਛਾ ਪ੍ਰਾਈਸ ਮਿਲ ਜਾਏ ਤਾਂ ਮੈਂ ਇਹਨੂੰ ਕਰ ਦਾਂਗਾ, ਸੇਲ ਕਰ ਦਿਆਂਗਾ। ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਮਹਾਨ ਸ਼ਾਸਕ ਹੈ, ਉਹਨਾਂ ਸ਼ਾਸਨ ਹੋਇਆ ਕਰਦਾ ਸੀ। ਅੱਜ ਵੀ ਉਸ ਸ਼ਾਸਨ ਦੀਆਂ ਗੱਲਾਂ ਹੁੰਦੀਆਂ ਨੇ ਕਿ ਉਹਨਾਂ ਵਰਗਾ ਕਿਸੇ ਨੇ ਨਾ ਤਾਂ ਰਾਜ ਕੀਤਾ ਤੇ ਨਾ ਹੀ ਉਹ ਸ਼ਾਸਨ ਜਿਹੜਾ ਕਾਇਮ ਕਰ ਪਾਇਆ ਕੋਈ। ਪਰ ਇੰਨਾ ਵੱਡਾ ਇਤਿਹਾਸ ਅਸੀਂ ਸਾਂਭੀ ਬੈਠੇ ਹਾਂ। ਉਸ ਤੋਂ ਬਾਅਦ ਜੇਕਰ ਗੱਲ ਕਰੀਏ, ਤੁਸੀਂ ਉਸ ਪੀੜ੍ਹੀ ਦੇ ਵਿੱਚੋਂ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਤੁਹਾਡੇ ਪੂਰਵਜ ਹੋਇਆ ਕਰਦੇ ਸੀ, ਇਹ ਜਿਹੜਾ ਖਜ਼ਾਨਾ ਬੜਾ ਅਨਮੋਲ ਹੈ ਤੇ ਤੁਹਾਨੂੰ ਕੀ ਲੱਗਦਾ ਇਹਨੂੰ ਸਾਂਭਣਾ ਚਾਹੀਦਾ ਸੀ? ਇਹਨੂੰ ਸ਼ੀਸ਼ੇ 'ਚ ਜੜਾ ਲੈਂਦੇ, ਇਹਨੂੰ ਲੈਮੀਨੇਸ਼ਨ ਕਰਵਾ ਲੈਂਦੇ, ਕਿ ਉਹ ਵੇਚਣ ਬਾਰੇ ਹੀ ਕਿਉਂ ਸੋਚਿਆ ਕਿ ਇਹਦੀ ਨਿਲਾਮੀ ਕੀਤੀ ਜਾਵੇਗੀ? ਮੈਡਮ ਮੈਂ ਤਾਂ ਪਹਿਲਾਂ ਵੀ ਤੁਹਾਨੂੰ ਅੱਜ ਕੀ ਦੱਸਿਆ ਵਾ, ਖਰਾਬ ਹੋ ਜਾਣਗੇ ਤੇ ਇਹਦੀ ਕੋਈ ਵੈਲਿਊ ਨਹੀਂ। ਅਗਰ ਹੁਣ ਜਿੰਨੀ ਦੇਰ ਤੱਕ ਸੰਭਲੇ ਦੇ ਤੁਹਾਨੂੰ ਪਤਾ ਅੱਜ ਕੱਲ੍ਹ ਮੌਸਮ ਮੋਇਸਚਰ ਵਗੈਰਾ ਆ ਗਿਆ, ਇਹਨੂੰ ਕੀੜਾ ਲੱਗ ਜਾਏਗਾ। ਕੀੜਾ ਤੁਹਾਨੂੰ ਦੇਖ ਰਹੇ ਹੋ ਤੁਸੀਂ, ਕਈ ਪੇਪਰਾਂ ਨੂੰ ਕੀੜਾ ਲੱਗ ਚੁੱਕਾ ਵਾ। ਅਗਰ ਸਾਰੇ ਪੇਪਰਾਂ ਨੂੰ ਕੀੜਾ ਲੱਗ ਗਿਆ ਤਾਂ ਇਹਦੀ ਵੈਲਿਊ ਖਤਮ ਹੈ। ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਮੇਰੇ ਕੋਲ ਇਤਿਹਾਸ ਪਿਆ ਦਾ ਉਹਦੀ ਕੋਈ ਵੈਲਿਊ ਨਹੀਂ ਰਹੇਗੀ। ਅਗਰ ਮੈਂ ਚਾਹੁੰਦਾ ਵਾਂ ਕਿ ਕੋਈ ਵੇਖੋ ਉਹਨੂੰ ਲਵੇ, ਇਹਨੂੰ ਸੰਭਾਲ ਕਰੇ, ਜੋ ਮਿਊਜ਼ੀਅਮ 'ਚ ਰੱਖਣਾ ਹੈ ਮਿਊਜ਼ੀਅਮ ਵਾਲੇ ਲੈਣ, ਜਾਂ ਕਿ ਕਿਸੇ ਨੇ ਪਰਸਨਲ ਲੈਣੇ ਹੈ ਪਰਸਨਲ ਵੀ ਆ ਕੇ ਮੇਰੇ ਨਾਲ ਗੱਲ ਕਰੇ। ਜਿੱਥੇ ਮੈਨੂੰ ਅੱਛਾ ਪ੍ਰਾਈਸ ਮਿਲ ਜਾਏਗਾ ਉਹਨੂੰ ਮੈਂ ਦੇ ਦਾਂਗਾ ਪੇਪਰ, ਕਿ ਆਪਾਂ ਉਹ ਆਪਣੇ ਆਪ ਸੰਭਾਲ ਕਰੇਗਾ, ਕਿਸ ਤਰ੍ਹਾਂ ਕਰਨੀ ਹੈ ਉਹ ਦੇਖੇਗਾ। ਫਿਰ ਜੀ ਕੀ ਕੀਮਤ ਕੀ ਰੱਖੀ ਇਸ ਡਾਕੂਮੈਂਟਸ ਦੀ ਤੁਸੀਂ? ਮੈਡਮ ਅਜੇ ਕੋਈ ਡਿਸਾਈਡ ਨਹੀਂ ਕੀਤਾ ਕੀਮਤ ਦੀ।
ਇਹ ਹੈ ਕਿ ਅਸੀਂ ਫੈਮਿਲੀ ਮੈਂਬਰ ਬੈਠ ਕੇ, ਤੁਸੀਂ ਆਏ ਹੋ, ਤੁਹਾਨੂੰ ਮੈਂ ਡਾਕੂਮੈਂਟ ਸਾਰੇ ਦਿਖਾਤੇ ਹੈ। ਫੈਮਿਲੀ ਮੈਂਬਰ ਬੈਠਾਂਗੇ, ਅਸੀਂ ਇਹਦੀ ਕਾਸਟ ਲਗਾਵਾਂਗੇ ਸਿਸਟਰ ਵਗੈਰਾ ਨਾਲ ਬੈਠ ਕੇ, ਕੀ ਅਸੀਂ ਮਿਲਦਾ ਚਾਹੁੰਦਾ ਤੇ ਕੀ ਸਾਨੂੰ ਮਿਲ ਜਾਏਗਾ, ਫਿਰ ਤੁਹਾਨੂੰ ਅਸੀਂ ਦੱਸ ਦਿਆਂਗੇ। ਆਨੰਦ ਰਾਏ ਭੰਡਾਰੀ ਹੁਣੇ ਦੇ ਕੁਝ ਗੱਲਾਂ ਤੁਹਾਡੇ ਫਾਦਰ ਸਾਹਿਬ ਕਰਦੇ ਹੋਣੇ ਆ, ਜਾਂ ਤੁਹਾਡੇ ਹੋਰ ਪੂਰਵਜ ਤੁਹਾਡੇ ਪਰਿਵਾਰਕ ਮੈਂਬਰ ਕਰਦੇ ਹੋਣੇ ਤੁਹਾਡੇ ਕੋਲ, ਤਾਂ ਕਿਸ ਤਰ੍ਹਾਂ ਦਾ ਉਹ ਮਾਹੌਲ ਸਿਰਜਿਆ ਹੋਇਆ ਸੀ ਉਸ ਟਾਈਮ ਤੇ, ਉਹ ਕੀ ਕੁਝ ਕਰਿਆ ਕਰਦੇ ਸਨ? ਥੋੜ੍ਹੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਜ਼ਰੂਰ ਕਰੋ। ਮੈਡਮ ਜੋ ਵਜ਼ੀਰ, ਮਤਲਬ ਕਿ ਉਹਨਾਂ ਦੇ 6 ਵਜ਼ੀਰ ਸੀਗੇ, ਮਹਾਰਾਜਾ ਰਣਜੀਤ ਸਿੰਘ ਦੇ 6 ਵਜ਼ੀਰ ਸੀਗੇ, ਜਿਨ੍ਹਾਂ ਚੋਂ ਇੱਕ ਵਜ਼ੀਰ ਮੇਰੇ ਪੂਰਵਜ ਸੀਗੇ ਮਹਾਰਾਜਾ ਰਾਏ ਆਨੰਦ ਸਿੰਘ ਭੰਡਾਰੀ। ਮਤਲਬ ਕਿ ਮੇਨ ਜਿਹੜੇ ਵਜ਼ੀਰ ਸੀਗੇ ਉਹ ਸੀਗੇ, ਜੋ ਵੀ ਉਹਨਾਂ ਨੇ ਕੋਈ ਐਕਸ਼ਨ ਲੈਣਾ ਹੈ ਜਾਂ ਕੋਰਸਪੋਂਡੈਂਸ ਕਰਨੀ ਹੈ ਜਾਂ ਕੁਝ ਕਰਨਾ ਹੈ, ਉਹ ਮੇਰੇ ਮਤਲਬ ਬਜ਼ੁਰਗਾਂ ਕੋਲੋਂ ਪੁੱਛ ਕੇ ਦਿੰਦੇ ਸੀਗੇ। ਅਤੇ ਉਹਦਾ ਵੀ ਜ਼ਖੀਰਾ ਹੈਗਾ ਕਿ ਜਿਹੜਾ ਤੁਹਾਨੂੰ ਮੈਂ ਦਿਖਾਇਆ, ਉਹਦੇ 'ਚ ਉਹਨਾਂ ਦੇ ਸਾਰੇ ਪੇਪਰ ਹੈਗੇ ਮੇਰੇ ਕੋਲ, ਜਿਹੜੇ ਉਹਨਾਂ ਨੇ ਆਨੰਦ ਸਿੰਘ ਨੂੰ ਦੱਸੇ ਹੈ। ਉਸ ਤੋਂ ਬਾਅਦ ਉਹਨਾਂ ਦਾ ਬੇਟਾ ਸੀ ਰਾਜ ਕਿਸ਼ਨ ਚੰਦ ਜੀ ਭੰਡਾਰੀ, ਉਹਨਾਂ ਦੇ ਵੀ ਲੈਟਰ ਹੈਗੇ ਨੇ ਕਿ ਜਿਹੜੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਵੀ ਲਿਖੇ ਦੇ ਆ। ਫਿਰ ਉਸ ਤਰ੍ਹਾਂ ਪੀੜ੍ਹੀਆਂ ਦਾ ਪੀੜ੍ਹੀ ਚੱਲ ਰਿਹਾ ਕੰਮ ਸਾਡਾ। ਅਸੀਂ ਘਰ ਵੀ ਦੇਖ ਰਹੇ ਸੀ, ਪੁਰਾਣੇ ਸਮੇਂ ਦਾ ਹੀ ਬਣਿਆ ਹੋਇਆ ਤੁਹਾਡਾ ਘਰ। ਹਾਂਜੀ, ਇਹ ਮਹਾਰਾਜਾ ਰਣਜੀਤ ਸਿੰਘ ਟਾਈਮ ਦਾ ਹੀ, ਮੇਰਾ ਖਿਆਲ ਹੈ ਕੋਈ 250-300 ਸਾਲ ਪੁਰਾਣਾ ਹੋਣਾ। ਮਤਲਬ ਅਸੀਂ ਨੀਂਹ ਪੱਥਰ ਸਾਰਾ ਉਹੀ ਹੋਇਆ, ਜਿਹੜਾ ਟੁੱਟ ਜਾਂਦਾ ਕੋਈ ਲੋੜ ਪੈਂਦੀ ਹੈ ਉੱਥੇ ਅਸੀਂ ਨਵੇਂ ਕੰਮ ਕਰਨੇ ਆ। ਲੇਕਿਨ ਜਿਹੜਾ ਪੁਰਾਣਾ ਬਾਉਂਡਰੀ ਦੀਵਾਰ ਜਿਹੜੀ ਹੈਗੀਆਂ ਰੂਮਸ ਹੈਗੇ ਆ, ਸਭ ਪੁਰਾਣੇ ਹੀ ਨੇ ਜੀ। ਸਾਡੀ ਜਿਹੜੀ ਦੀਵਾਰ, ਹਰ ਦੀਵਾਰ ਜਿਹੜੀ ਹੈ 2.5 ਫੁੱਟ ਚੌੜੀ ਹੈ ਆਲਮੋਸਟ ਸਾਰੀ। ਇੰਦਰਜੀਤ ਜੀ, ਇੱਕ ਗੱਲ ਕੀਤੀ ਜਾਵੇ, ਇਹ ਸਾਰੇ ਜਿਹੜੇ ਡਾਕੂਮੈਂਟਸ ਨੇ, ਇਹਨਾਂ ਨੇ ਹੁਣ ਨਿਲਾਮੀ ਦੇ ਬਾਰੇ ਸੋਚਿਆ ਕਿਸ ਦੀ ਨਿਲਾਮੀ ਕੀਤੀ ਜਾਏਗੀ। ਤੁਹਾਨੂੰ ਕੀ ਲੱਗਦਾ ਹੈ ਕਿ ਕੋਈ ਆਏਗਾ ਇਹਨਾਂ ਨੂੰ ਖਰੀਦਣ ਦੇ ਲਈ, ਕੋਈ ਚਾਹਵਾਨ ਹੋਏਗਾ ਕਿ ਜਿਹੜੇ ਡਾਕੂਮੈਂਟਸ ਹੈ ਅਸੀਂ ਖਰੀਦ ਸਕੀਏ? ਬਿਲਕੁਲ ਜੀ, ਜਿਵੇਂ ਤੁਸੀਂ ਸ਼ੁਰੂਆਤ ਜ਼ਿਕਰ ਕੀਤਾ ਕਿ ਖਜ਼ਾਨਾ ਵਾ ਇਹ ਸੱਚਮੁੱਚ ਹੀ ਖਜ਼ਾਨਾ, ਕਿਉਂਕਿ ਜਿਹੜੇ ਇਤਿਹਾਸਕ ਦਸਤਾਵੇਜ਼ ਆ ਇਹ ਕਿਤੇ ਵੀ ਲੱਭਦੇ ਨਹੀਂ ਗੇ। ਅਕਸਰ ਮਹਾਰਾਜਾ ਸਾਹਿਬ ਦੇ ਰਾਜ ਬਾਰੇ ਜਾਂ ਉਹਨਾਂ ਦੇ ਜੀਵਨ ਬਾਰੇ ਬੜੀਆਂ ਗੱਲਾਂ ਵੀ ਕਹਿਣ ਸੁਣਨ ਨੂੰ ਮਿਲਦੀਆਂ, ਬਟ ਜਿਹੜੀ ਇਹ ਉਹਨਾਂ ਦਾ ਖਤੋ ਖਿਤਾਬ ਆ ਜਾਂ ਉਹਨਾਂ ਦਾ ਓਫੀਸ਼ੀਅਲ ਰਿਕਾਰਡ ਆ, ਇਹ ਫਾਰਸੀ ਦੇ ਵਿੱਚ ਆ। ਕੁਝ ਅੰਗਰੇਜ਼ ਅਫਸਰਾਂ ਨੇ ਜੋ ਇੰਗਲਿਸ਼ ਵਿੱਚ ਵੀ ਲੈਟਰਸ ਲਿਖੇ ਨੇ, ਬਟ ਇਹ ਇੱਥੇ ਜਿਵੇਂ ਕਿ ਦੱਸਿਆ ਦੱਸ ਵੀ ਰਹੇ ਸੀਗੇ ਕਿ ਖਰਾਬ ਹੋ ਰਿਹਾ ਸਮੇਂ ਦੇ ਨਾਲ, ਕੀੜਾ ਲੱਗ ਗਿਆ। ਇਹ ਵਾਕਈ ਬੜਾ ਖਜ਼ਾਨਾ, ਜੇ ਇਹਨੂੰ ਸਾਂਭਿਆ ਜਾਵੇ ਤੇ ਜਾਂ ਇਹਨੂੰ ਕੋਈ ਇਹਦੀ ਖੋਜ ਕਰਨ ਵਾਲਾ ਹੋਵੇ ਤੇ ਇਹ ਆਪਣੇ ਆਪ 'ਚ ਇੱਕ ਬੜਾ ਅਨਮੁੱਲੀ ਚੀਜ਼ ਆ। ਇਹ ਤੋਂ ਬਹੁਤ ਕੁਝ ਜਿਹੜਾ ਮਹਾਰਾਜਾ ਸਾਹਿਬ ਦੇ ਰਾਜ ਪ੍ਰਬੰਧ ਬਾਰੇ, ਉਹਨਾਂ ਦੇ ਅੰਗਰੇਜ਼ਾਂ ਨਾਲ ਕਿਵੇਂ ਦੇ ਤਾਲੁਕਾਤ ਸੀ, ਉਹਦੇ ਬਾਰੇ ਬੜੇ ਇਹਦੇ 'ਚੋਂ ਖੁਲਾਸੇ ਹੋ ਸਕਦੇ ਜੀ। ਬਿਲਕੁਲ। ਜੇਕਰ ਅਸੀਂ ਗੱਲ ਕਰ ਲੈਂਦੇ ਕਿ ਤੁਸੀਂ ਵੀ ਦੇਖ ਰਹੇ ਸੀ ਆ ਕੇ ਥੋੜ੍ਹੇ ਜਿਹੇ ਪੜ੍ਹੇ ਨੇ, ਕੁਛ ਤੁਸੀਂ ਜਿਹੜਾ ਪੜ੍ਹਿਆ ਉਹਨਾਂ 'ਚ ਕੁਛ ਸਾਂਝਾ ਕਰੋਗੇ ਸਾਡੇ ਨਾਲ? ਬਿਲਕੁਲ ਜੀ, ਜਿਵੇਂ ਆਹ ਲੈਟਰ ਮੇਰੇ ਹੱਥ ਵਿੱਚ ਹੀ ਆ, ਇਹ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਲਿਖੀ ਆ, ਜਗੀਰ ਦਿੱਤੀ ਆ। ਜਿਹੜੇ ਇਹਨਾਂ ਦੇ ਵਕੀਲ ਸੀ ਰਾਏ ਆਨੰਦ ਜੀ, ਉਹਨਾਂ ਨੂੰ ਜਗੀਰ ਦਿੱਤੀ ਆ। ਅਤੇ ਆ ਉਹਨਾਂ ਦੀ ਖਾਲਸਾ ਦਰਬਾਰ ਦੀ ਮੋਹਰ ਵੀ ਆ ਡਾਕੂਮੈਂਟ ਦੇ ਵਿੱਚ, ਜਿਵੇਂ ਅੱਜ ਕੱਲ੍ਹ ਸਟਾਂਪ ਪੇਪਰ ਹੁੰਦੇ ਆ, ਐਵੇਂ ਅਕਾਲ ਸਹਾਏ ਰਣਜੀਤ ਸਿੰਘ, ਉਹਨਾਂ ਦੀ ਓਫੀਸ਼ੀਅਲ ਮੋਹਰ ਵੀ ਲੱਗੀ ਆ। ਅਤੇ ਆਹ ਜਿਹੜਾ ਫਾਰਸੀ ਦੇ ਵਿੱਚ ਡਾਕੂਮੈਂਟ ਆ, ਸੋ ਇਵੇਂ ਦੇ ਬਹੁਤ ਸਾਰੇ ਆ। ਉਹਨਾਂ ਕੋਲ ਹੋਰ ਵੀ ਡਾਕੂਮੈਂਟ ਨੇ ਜਿਹਦੇ ਵਿੱਚ ਮਹਾਰਾਜਾ ਸ਼ੇਰ ਸਿੰਘ ਦੇ ਵੀ ਆ, ਅੰਗਰੇਜ਼ ਅਫਸਰਾਂ ਦੇ, ਜਿੱਦਾਂ ਮੰਨ ਲਓ ਕੋਈ ਰਾਹਦਾਰੀ ਲਈ ਆ ਉਹਨਾਂ ਨੇ ਕੋਈ, ਅਤੇ ਉਹਦੇ ਬਾਰੇ ਵੱਖ-ਵੱਖ। ਹਾਲਾਂਕਿ ਸਾਨੂੰ ਫਾਰਸੀ ਪੜ੍ਹਨੀ ਨਹੀਂ ਹੁੰਦੀ, ਬਹੁਤ ਸਾਰੇ ਡਾਕੂਮੈਂਟ ਇਹੋ ਜਿਹੇ ਜਿਹੜੇ ਜਦੋਂ ਕੋਈ ਖੋਜ ਕਰੇਗਾ ਤਾਂ ਬੜੀਆਂ ਨਵੀਆਂ ਗੱਲਾਂ ਸਾਹਮਣੇ ਆਉਣਗੀਆਂ। ਜੀ ਬਿਲਕੁਲ। ਇੰਦਰਜੀਤ ਜੀ, ਗੱਲ ਕਿਤੇ ਕੱਪੜੇ ਦੇ ਉੱਪਰ ਇੱਕ ਨਕਸ਼ਾ ਤਿਆਰ ਕੀਤਾ ਗਿਆ ਹੈ, ਇਹ ਨਕਸ਼ਾ ਕਿਸ ਚੀਜ਼ ਦਾ ਹੋਏਗਾ? ਇਹ ਜੀ ਜਿਹੜੀ ਭੰਡਾਰੀਆਂ ਨੂੰ ਜਗੀਰ ਦਿੱਤੀ ਸੀ ਮਹਾਰਾਜਾ ਸਾਹਿਬ ਨੇ, ਇਹ ਜਿਹੜਾ ਨਕਸ਼ਾ ਜਿਹੜਾ ਅਸੀਂ ਦੇਖਦੇ ਪਏ ਆ, ਇਹ ਅਚਲ ਸਾਹਿਬ ਜਿਹੜਾ ਉੱਥੇ ਅਚਲੇਸ਼ਵਰ ਧਾਮ ਆ, ਮੰਦਿਰ ਆ, ਇਹ ਉੱਥੋਂ ਦਾ ਨਕਸ਼ਾ ਵਾ ਜਿਹੜੀ ਉਹਨਾਂ ਨੂੰ ਜਗੀਰ ਅਲਾਟ ਕੀਤੀ ਸੀ। ਕਿਉਂਕਿ ਆਲੇ ਦੁਆਲੇ ਜਿਵੇਂ ਲਿਖਿਆ ਚਾਲ ਪਿੰਡ ਆ, ਸੱਲੋ ਪਿੰਡ ਆ, ਇਹ ਸਾਰਾ ਉਸ ਜਗ੍ਹਾ ਦਾ ਨਕਸ਼ਾ ਵਾ। ਇਹ ਮੰਦਿਰ ਨੂੰ ਜਿਹੜੀ ਜਗ੍ਹਾ ਸੀ ਇਹ ਭੰਡਾਰੀ ਖਾਨਦਾਨ ਵੱਲੋਂ ਦਾਨ ਕੀਤੀ ਗਈ ਸੀ, ਤੇ ਇਹ ਉਹਦਾ ਨਕਸ਼ਾ ਜੀ। ਬਿਲਕੁਲ। ਗੱਲ ਕਰ ਲੈਂਦੇ ਕਿ ਜਦੋਂ ਅਸੀਂ ਹੁਣ ਵੀ ਜੇਕਰ ਜਾਣਾ ਹੋਵੇ ਸੁਨਿਆਰੇ ਦੇ ਕੋਲ, ਤਾਂ ਅਸੀਂ ਬਹੁਤ ਸਾਰੀਆਂ ਫੋਟੋਜ਼ ਗੂਗਲ ਤੋਂ ਡਾਊਨਲੋਡ ਕਰ ਲੈਂਦੇ ਹਾਂ ਕਿ ਸਾਨੂੰ ਇਹ ਚੀਜ਼ਾਂ ਚਾਹੀਦੀਆਂ ਨੇ, ਪਰ ਇੱਕ ਜਿਹੜਾ ਨਕਸ਼ਾ ਮੈਂ ਤੁਹਾਨੂੰ ਦਿਖਾ ਰਹੀ ਹਾਂ, ਇਹ ਉਹ ਨਕਸ਼ਾ ਕਿ ਇੱਥੇ ਜਿਹੜੇ ਗਹਿਣੇ ਤਿਆਰ ਕਰਨੇ ਹੁੰਦੇ ਸੀ ਤਾਂ ਉਹਦਾ ਪਹਿਲੇ ਵੀ ਨਕਸ਼ੇ ਜਿਹੜੇ ਨੇ ਉਹ ਤਿਆਰ ਕੀਤੇ ਜਾਂਦੇ ਸੀ। ਕਿ ਪਹਿਲਾਂ ਡਿਜ਼ਾਈਨਰ ਕੋਈ ਹੋਏਗਾ ਤਾਂ ਉਸਨੇ ਇਸ ਨੂੰ ਪਹਿਲਾਂ ਕਾਗਜ਼ 'ਤੇ ਉਕੇਰਿਆ ਹੋਏਗਾ, ਤਾਂ ਉਸ ਤੋਂ ਬਾਅਦ ਜਿਹੜੇ ਇਹ ਸੀ ਗਹਿਣੇ ਜਿਹੜੇ ਸੀ ਤਿਆਰ ਹੋਣ ਲਈ ਜਾਂਦੇ ਸਨ। ਬਿਲਕੁਲ ਜੀ, ਅਸੀਂ ਡਾਕੂਮੈਂਟ ਫੋਲ ਰਹੇ ਤੇ ਇਹਦੇ ਵਿੱਚੋਂ ਹੀ ਦੋ ਸਾਨੂੰ ਬੜੇ ਪੁਰਾਣੇ ਡਾਕੂਮੈਂਟ ਲੱਭੇ ਆ ਜਿਨ੍ਹਾਂ 'ਚ ਉਰਦੂ 'ਚ ਲਿਖਿਆ ਹੋਇਆ। ਸੋ ਇਹ ਤੁਸੀਂ ਦੇਖੋਗੇ ਗਹਿਣਿਆਂ ਦੇ ਡਿਜ਼ਾਈਨ ਆ, ਅਤੇ ਉਸ ਸਮੇਂ ਜਿੱਦਾਂ ਤੁਹਾਡੀ ਗੱਲ ਵੀ ਹੁਣ ਤੁਸੀਂ ਮੋਬਾਈਲ ਦੇ ਵਿੱਚ ਜਾਂ ਗੂਗਲ 'ਚ ਉਸ ਸਰਚ ਕਰਕੇ ਦੱਸਦੇ ਵੀ ਇਵੇਂ ਦਾ ਬਣਾਓ। ਸੋ ਬੜੇ ਖੂਬਸੂਰਤ ਆ ਜੀ। ਉਦੋਂ ਦੇ ਉਹਨਾਂ ਨੇ ਕੋਈ ਜਿਹੜੇ ਸੁਨਿਆਰੇ ਆ
ਉਹਨਾਂ ਵੱਲੋਂ ਡਿਜ਼ਾਈਨ ਕੀਤੇ ਹੋਣਗੇ ਤੇ ਇਹ ਵੀ ਆਪਣੇ ਆਪ 'ਚ ਬੜੀ ਖਾਸ ਗੱਲ ਹੈ ਜੀ। ਜੀ ਬਿਲਕੁਲ। ਤੇ ਜਿਹੜੇ ਡਾਕੂਮੈਂਟਸ ਅਸੀਂ ਦੇਖ ਰਹੇ ਹਾਂ ਬਹੁਤ ਇਹ ਪੁਰਾਣੇ ਹੁੰਦੇ ਜਾ ਰਹੇ ਨੇ, ਖਸਤਾ ਹਾਲਤ ਹੁੰਦੀ ਜਾ ਰਹੀ ਹੈ ਇਹਨਾਂ ਦੀ। ਤੇ ਜੇਕਰ ਕੀਮਤ ਦੀ ਗੱਲ, ਕੀ ਲੱਗਦਾ ਹੈ ਕਿ ਪਰਿਵਾਰ ਕਿੰਨੀ ਕੁ ਕੀਮਤ ਜਿਹੜੀ ਇਸ ਦੀ ਰੱਖ ਸਕਦਾ ਆ? ਇਹ ਤਾਂ ਦੇਖੋ ਜੀ ਬੇਸ਼ਕੀਮਤੀ ਖਜ਼ਾਨਾ ਵਾ, ਇਹਦੀ ਕੀਮਤ ਮੈਂ ਤੇ ਨਹੀਂ ਲਗਾ ਸਕਦਾ। ਇਹ ਤਾਂ ਉਹੀ ਹੈ ਨਾ, ਜਿੱਦਾਂ ਕਹਿੰਦੇ ਵੀ ਯੌਰੀ ਪਛਾਣਦਾ ਹੁੰਦਾ ਵੀ ਉਹਦੀ, ਬਟ ਮੈਨੂੰ ਇੰਨਾ ਪਤਾ ਵੀ ਇਹ ਜਿਹੜੀ ਜੋ ਵੀ ਡਾਕੂਮੈਂਟ ਇਹਨਾਂ ਕੋਲ ਇਕੱਲੇ ਆ ਨਹੀਂ ਗੇ, ਇਹਨਾਂ ਕੋਲ 1-2 ਟਰੰਕ ਭਰੇ ਪਏ ਆ, ਅਲਮਾਰੀਆਂ ਭਰੀਆਂ ਪਈਆਂ। ਇਹ ਤੇ ਬਹੁਤ ਬੇਸ਼ਕੀਮਤੀ ਆ। ਇਹਦੇ ਤੇ ਮੈਂ ਸੋਚਦਾ ਵੀ ਜੇ ਕੋਈ ਬੰਦਾ ਫਾਰਸੀ ਪੜ੍ਹਨ ਵਾਲਾ ਹੋਵੇ ਤਾਂ ਉਹਨੂੰ ਸਾਲਾਂ ਬੱਧੀ ਇਹਨਾਂ ਨੂੰ ਸਟੱਡੀ ਕਰਨ ਤੇ ਲੱਗ ਜੂਗਾ ਵੀ ਲਿਖਿਆ ਕੀ ਆ ਤੇ ਕੀ ਸਾਰੀ ਗੱਲਬਾਤ ਆ। ਸੋ ਇਹਦੀ ਬੇਸ਼ਕੀਮਤੀ ਹੈ ਜੀ। ਮੈਂ ਤਾਂ ਕਹੂੰਗਾ ਇਹਦਾ ਮੁੱਲ ਕੋਈ ਨਹੀਂ ਕਹਿਦਾ, ਬਟ ਹਾਂ ਇਹ ਜਿਹੜੀ ਵੇਚਣ ਦੀ ਜਿਹੜੀ ਗੱਲ ਕਰਦੇ ਉਹਦਾ ਕਾਰਨ ਇੱਕ ਇਹੋ ਹੀ ਆ ਵੀ ਇਹ ਕਹਿੰਦੇ ਵੀ ਸਾਡੇ ਕੋਲ ਪ੍ਰੋਪਰ ਹੁਣ ਜਿਵੇਂ ਸਾਂਭ ਸੰਭਾਲ ਹੋਣੀ ਚਾਹੀਦੀ ਹੈ, ਕਿਉਂਕਿ ਕਾਗਜ਼ ਬਹੁਤ ਪੁਰਾਣਾ ਵਾ, ਫਟਦਾ ਜਾ ਰਿਹਾ ਵਾ। ਸੋ ਜੇ ਜਿਵੇਂ ਅੱਜ ਕੱਲ੍ਹ ਮਿਊਜ਼ੀਅਮ ਦੇ ਵਿੱਚ ਉਹ ਸਾਇੰਟੀਫਿਕ ਤਰੀਕੇ ਦੇ ਨਾਲ ਸਾਂਭ ਲੈਂਦੇ ਆ ਜਾਂ ਇਹਨੂੰ ਇਹਦਾ ਸਾਰਾ ਉਹ ਕਰ ਲੈਣਗੇ, ਡਿਜੀਟਾਈਜੇਸ਼ਨ ਕਰ ਲੈਣਗੇ, ਇੱਦਾਂ ਦਾ ਕੁਝ ਹੋ ਜੇ ਤਾਂ ਸੋਚਦੇ ਵੀ, ਕਿਉਂਕਿ ਚੀਜ਼ ਬਹੁਤ ਕੀਮਤੀ ਆ। ਤੁਹਾਨੂੰ ਲੱਗਦਾ ਹੈ ਕਿ ਜਿਹੜੇ ਜਿਹੜੇ ਫਾਰਸੀ ਭਾਸ਼ਾ ਜਾਂ ਯੂਨਾਨੀ ਭਾਸ਼ਾ ਜਾਣਦੇ ਹੋਣਗੇ, ਉਰਦੂ ਭਾਸ਼ਾ ਜਾਣਦੇ ਹੋਣਗੇ, ਜੇਕਰ ਉਹ ਖਰੀਦਦੇ ਨੇ ਤਾਂ ਇਹਦੇ ਵਿੱਚ ਐਸਾ ਅਨਮੁੱਲਾ ਖਜ਼ਾਨਾ ਹੋ ਸਕਦਾ ਹੈ ਕਿ ਇਹਦੇ 'ਚ ਬਹੁਤ ਵੱਡੇ ਖੁਲਾਸੇ ਵੀ ਹੋ ਸਕਦੇ ਨੇ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਸਾਨੂੰ ਨਹੀਂ ਪਤਾ ਹੋਣਗੀਆਂ। ਮਹਾਰਾਜਾ ਰਣਜੀਤ ਸਿੰਘ ਨੇ ਕਿਸ ਵੇਲੇ ਕੀ ਕੀਤਾ ਸੀ, ਜਾਂ ਕਿਹੜੀ ਚਿੱਠੀ ਕਿੱਥੇ ਲਿਖੀ ਗਈ ਸੀ, ਜਾਂ ਕਿਹੜੀ ਚਿੱਠੀ ਕਿੱਥੋਂ ਮਹਾਰਾਜਾ ਰਣਜੀਤ ਸਿੰਘ ਹੋਣਾ ਨੂੰ ਆਈ ਸੀ, ਤਾਂ ਉਹ ਜਿਹੜੀਆਂ ਚੀਜ਼ਾਂ ਨੇ ਉਹ ਸਾਰੀਆਂ ਦੇ ਵਿੱਚ ਮੌਜੂਦ ਹੋਣਗੀਆਂ। ਤਾਂ ਕੁਝ ਵੱਡੇ ਰਾਜ਼ ਜਿਹੜੇ ਅਸੀਂ ਨਹੀਂ ਜਾਣਦੇ ਉਹ ਵੀ ਖੁੱਲ੍ਹ ਕੇ ਸਾਹਮਣੇ ਆ ਸਕਦੇ ਨੇ। ਬਿਲਕੁਲ ਜੀ। ਇਹ ਜਿਹੜੇ ਰਾਏ ਆਨੰਦ ਸੀ ਇਹ ਮਹਾਰਾਜਾ ਰਣਜੀਤ ਸਿੰਘ ਦੇ ਵਕੀਲ ਸੀ। ਇਹ ਅਕਸਰ ਚਿੱਠੀਆਂ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ, ਜਿਹੜੀਆਂ ਇੰਗਲਿਸ਼ ਦੇ ਵਿੱਚ ਚਿੱਠੀਆਂ ਵਾ ਉਹਦੇ ਵਿੱਚ ਜ਼ਿਕਰ ਆ ਵੀ ਇਹ ਕਦੀ ਇਹ ਲੁਧਿਆਣੇ ਜਾ ਰਹੇ ਅੰਗਰੇਜ਼ ਅਫਸਰ ਜਿਹੜੇ ਵਾਇਸਰਾਏ ਸੀ ਉਸ ਸਮੇਂ ਉਹਨਾਂ ਨੂੰ ਮਿਲਣ ਜਾ ਰਹੇ, ਉਹਨਾਂ ਨੂੰ ਲੈਟਰ ਲਿਖ ਰਹੇ, ਉਹਨਾਂ ਦੇ ਇਹਨਾਂ ਨੂੰ ਆ ਰਹੇ ਆ। ਇਹ ਜਿਹੜਾ ਰਿਕਾਰਡ ਆ ਇਹ ਖਾਲਸਾ ਦਰਬਾਰ ਦਾ ਆਫੀਸ਼ੀਅਲ ਰਿਕਾਰਡ ਆ। ਇਹਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਵਾ ਜਿਹੜੀਆਂ ਕਿਸੇ ਨੂੰ ਅਜੇ ਤੱਕ ਸ਼ਾਇਦ ਪਤਾ ਵੀ ਨਾ ਹੋਣ, ਕਿਉਂਕਿ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਅਸੀਂ ਸੁਣੀਆਂ ਸੁਣਾਈਆਂ ਗੱਲਾਂ ਜਾਂ ਜਿੰਨਾ ਕੁ ਸਾਨੂੰ ਅਜੇ ਤੱਕ ਰਿਕਾਰਡ ਲੱਭਿਆ ਉਸ ਆਧਾਰ 'ਤੇ ਗੱਲ ਕਰਦੇ ਹਾਂ। ਜਿਹੜਾ ਭੰਡਾਰੀ ਪਰਿਵਾਰ ਕੋਲ ਰਿਕਾਰਡ ਪਿਆ ਇਹ ਬਹੁਤਾ ਕਿਸੇ ਨੇ ਫੋਲਿਆ ਨਹੀਂ, ਦੇਖਿਆ ਨਹੀਂ। ਸੋ ਇਹ ਦੇਖਣ ਦੀ ਲੋੜ ਆ। ਇਹਦੇ ਵਿੱਚੋਂ ਬਹੁਤ ਸਾਰੇ ਨਵੇਂ ਖੁਲਾਸੇ, ਜਿਹੜੀਆਂ ਅੰਗਰੇਜ਼ਾਂ ਦੇ ਨਾਲ ਕਿਵੇਂ ਦੇ ਸੰਬੰਧੀ, ਹੋਰ ਕੀ ਸੰਧੀਆਂ ਸੀ ਜਾਂ ਜੋ ਵੀ ਖਤੋ ਖਤਾਬ ਹੋਇਆ ਉਹ ਸਾਰਾ ਮੌਜੂਦ ਹੈ। ਇਹਨੂੰ ਖੋਜਣ ਦੀ ਲੋੜ ਹੈ। ਇੱਥੇ ਇੱਕ ਡਾਕੂਮੈਂਟ ਮੌਜੂਦ ਹੈ ਜਿਹਦੇ ਵਿੱਚ ਇੱਥੋਂ ਦੇ ਗਵਰਨਰ, ਈਸਟ ਇੰਡੀਆ ਕੰਪਨੀ ਦੇ ਗਵਰਨਰ ਦੇ ਜਿਹੜੇ ਸਾਈਨ ਵੀ ਪਏ ਹੋਏ ਨੇ। ਉਹ ਕਿਹੜਾ ਡਾਕੂਮੈਂਟਸ ਅਸੀਂ ਜ਼ਰੂਰ ਦਿਖਾਉਣਾ ਵੀ ਚਾਹਾਂਗੇ ਇੱਕ ਵਾਰ। ਸੋ ਕਿਉਂਕਿ ਇਹ ਬੇਸ਼ਕੀਮਤੀ ਜੋ ਡਾਕੂਮੈਂਟਸ ਇੱਥੇ ਪਏ ਹੋਏ ਨੇ, ਸੋ ਇਹਨਾਂ ਨੂੰ ਦੇਖ ਕੇ ਲੱਗਦਾ ਕਿ ਇਹਨਾਂ ਨੇ ਨਿਲਾਮੀ ਕਰਨੀ ਹੈ। ਹਲੇ ਜਿਹੜੀ ਇਹ ਕੀਮਤ ਤੈਅ ਨਹੀਂ ਕੀਤੀ ਗਈ ਹੈ, ਪਰ ਇਹਨਾਂ ਨੇ ਆਖਿਆ ਹੈ ਕਿ ਸਾਡੇ ਕੋਲ ਇਹ ਸਾਂਭ ਨਹੀਂ ਹੁੰਦੇ ਆ। ਜੇਕਰ ਤੁਸੀਂ ਖਰੀਦਣ ਦੇ ਚਾਹਵਾਨ ਨੂੰ ਤਾਂ ਆ ਕੇ ਖਰੀਦੋ, ਕਿਉਂਕਿ ਇਹ ਉਹ ਅਨਮੋਲ ਖਜ਼ਾਨਾ ਹੈ। ਜੇਕਰ ਇਹਨੂੰ ਅਸੀਂ ਫਰੋਲੀਏ ਦੇ ਪਰਤਾਂ ਤਹਿਆਂ ਖੋਲੀਆਂ ਜਾਣ ਤਾਂ ਬਹੁਤ ਵੱਡੇ ਜਿਹੜੇ ਖੁਲਾਸੇ ਹੋ ਸਕਦੇ ਨੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਕੀ ਕੁਝ ਹੋਇਆ ਕਰਦਾ ਸੀ, ਕਿਹੜੀਆਂ ਚਿੱਠੀਆਂ ਕਿਸ ਸਮੇਂ ਆਇਆ ਕਰਦੀਆਂ ਸਨ, ਜਾਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਿਹੜੀ ਚਿੱਠੀ ਕਿਸ ਨੂੰ ਲਿਖੀ ਗਈ ਸੀ, ਉਹ ਸਾਰੇ ਰਿਕਾਰਡ ਪਏ ਨੇ ਇੱਥੇ। ਜਿੱਥੇ ਪਹਿਲੇ ਵਾਇਸਰਾਏ ਹੋਏ ਨੇ ਉਹਨਾਂ ਦੀਆਂ ਜਿਹੜੀਆਂ ਨੇ ਇੱਥੇ ਲੈਟਰ ਨੇ, ਉਹਨਾਂ ਦੇ ਸਾਈਨ ਨੇ। ਹੋਰ ਜਿਹੜੀਆਂ ਜਗੀਰਾਂ ਮਹਾਰਾਜਾ ਰਣਜੀਤ ਸਿੰਘ ਨੇ ਦਾਨ ਕੀਤੀਆਂ ਸਨ ਜਾਂ ਦਿੱਤੀਆਂ ਸਨ ਕਿਸੇ ਨੂੰ, ਉਹ ਜਿਹੜਾ ਰਿਕਾਰਡ ਇੱਥੇ ਬੇਸ਼ਕੀਮਤੀ ਰਿਕਾਰਡ ਇਹਨਾਂ ਦੇ ਵਿੱਚ ਪਿਆ ਹੋਇਆ ਹੈ। ਸੋ ਜੇਕਰ ਕੋਈ ਵੀ ਇਸ ਨੂੰ ਖਰੀਦਣ ਦਾ ਚਾਹਵਾਨ ਹੋ ਸਕਦਾ ਹੈ ਤਾਂ ਇਸ ਪਰਿਵਾਰ ਦੇ ਨਾਲ ਆ ਕੇ, ਤੁਸੀਂ ਬਟਾਲਾ ਦੇ ਵਿਖੇ ਪਰਿਵਾਰ ਰਹਿੰਦਾ ਹੈਗਾ, ਸੋ ਤੁਸੀਂ ਬਟਾਲਾ ਆ ਕੇ ਇਸ ਨੂੰ ਖਰੀਦ ਵੀ ਸਕਦੇ ਹੋ ਜੀ। ਅਸੀਂ ਦਿਖਾ ਸਕਦੇ ਹਾਂ ਜੀ। ਹਾਂਜੀ ਜੀ ਆ ਇੱਕ ਲੈਟਰ ਆ, ਇਹ 13 ਜੂਨ 1829 ਨੂੰ ਕੈਪਟਨ CM ਵਾਡੇ ਨੇ ਰਾਏ ਰਾਮ ਦਿਆਲ ਜੀ ਨੂੰ ਲਿਖੀ ਸੀ। ਸੋ ਉਹਨਾਂ ਦੇ ਸਿਗਨੇਚਰ ਆ ਉਸ ਸਮੇਂ ਦੇ ਅੰਗਰੇਜ਼ ਆਫੀਸਰ ਸੀ, ਉਹਨਾਂ ਵੱਲੋਂ ਉਹਨਾਂ ਦੇ ਸਿਗਨੇਚਰ ਆ, ਉਹਨਾਂ ਦੀ ਮੋਹਰ ਆ ਤੇ ਉਹਨਾਂ ਨੇ ਲੈਟਰ ਲਿਖੀ। ਇੱਕ ਹੋਰ ਲੈਟਰ ਆ, ਇਹ ਵੀ ਰਾਏ ਆਨੰਦ ਜੀ ਨੂੰ ਲਿਖੀ ਸੀ। ਉਸ ਸਮੇਂ ਦੇ ਜੋ ਅੰਗਰੇਜ਼ ਅਫਸਰ ਉਹਨਾਂ ਦੇ ਸਿਗਨੇਚਰ ਆ। ਸੋ ਇਹ ਇਸ ਤਰ੍ਹਾਂ ਦੇ ਬਹੁਤ ਸਾਰੇ ਨੇ, ਮਤਲਬ ਮੈਂ ਤੁਹਾਨੂੰ ਦੱਸਿਆ ਕਿ ਨਾ ਕੋਈ ਟਰੰਕ ਭਰੇ ਪਏ ਨੇ ਇਹੋ ਜਿਹੇ ਡਾਕੂਮੈਂਟ ਦੇ। ਹਾਂਜੀ। ਸੋ ਲਾਰਡ ਹੈਸਟਿੰਗ ਦੀ ਜਿਹੜੇ ਇੱਥੇ ਸਿਗਨੇਚਰ ਸਨ, ਉਹ ਵੀ ਮੋਹਰ ਸੀ, ਉਹ ਵੀ ਇੱਥੇ ਪਈ ਹੋਈ ਸੀ। ਪਹਿਲਾਂ ਅਸੀਂ ਦੇਖ ਚੁੱਕੇ ਸੀ, ਜ਼ਰੂਰ ਦਿਖਾਵਾਂਗੇ ਜੇਕਰ ਮਿਲਦੀ ਹੈ ਤਾਂ ਸਾਨੂੰ। ਸੋ ਇਹ ਜਿਹੜੀਆਂ ਬੇਸ਼ਕੀਮਤੀ, ਇਹ ਕੀ ਚੀਜ਼ ਹੈ? ਇਹ ਕੀ ਚੀਜ਼ ਹੈ? ਬਜ਼ੁਰਗ ਕਹਿ ਰਹੇ ਸੀਗੇ ਕਿ ਜਿਵੇਂ ਮਹਾਰਾਜਾ ਰਣਜੀਤ ਸਿੰਘ ਜਿਹੜੀ ਛੜੀ ਯੂਜ਼ ਕਰਦੇ ਸੀਗੇ ਉਹਦੇ ਉੱਤੇ ਲੱਗੀ ਹੁੰਦੀ ਸੀਗੀ। ਇਹ ਸ਼ੇਰ ਦਾ ਮੂੰਹ ਬਣਿਆ ਦਾ ਵਾ।
ਤੁਹਾਡੇ ਕੋਲ ਅਸੀਂ ਪੁਰਾਣਾ ਦੇਖ ਰਹੇ ਹਾਂ, ਪੁਰਾਣੇ ਸ਼ੀਸ਼ੇ, ਪੁਰਾਣੇ ਸੋਫੇ, ਪੁਰਾਣੀਆਂ ਹਰ ਚੀਜ਼ਾਂ ਪਈਆਂ ਨੇ, ਉਸ ਵੇਲੇ ਦੀਆਂ ਨੇ। ਤੁਸੀਂ ਹਾਂਜੀ ਉਸ ਵੇਲੇ ਦੀ ਕਦੇ ਮੈਡਮ। ਸੋਚਿਆ ਨਾ ਕਿ ਜਿਸ ਤਰ੍ਹਾਂ ਦੀ ਨਿਲਾਮੀ ਕਰ ਰਹੇ ਹੋ ਤਾਂ ਉਹ ਵੀ ਅਸੀਂ ਵੇਚ ਦਈਏ? ਨਹੀਂ ਮੈਡਮ, ਉਹ ਨਹੀਂ ਸੋਚਿਆ, ਕਿਉਂਕਿ ਉਹ ਸੰਭਾਲਿਆ ਜਾ ਸਕਦਾ ਵਾ। ਹਾਂਜੀ, ਹਾਂਜੀ। ਉਹ ਚੀਜ਼ ਸੰਭਾਲੀ ਜਾ ਸਕਦੀ ਹੈ। ਦੇਖੋ ਲੱਕੜ ਤੇ ਸੰਭਾਲੀ ਜਾ ਸਕਦੀ ਹੈ, ਲੇਕਿਨ ਇਹ ਕਿ ਕਾਗਜ਼ ਸੰਭਾਲਣੇ, ਤੁਸੀਂ ਦੇਖ ਰਹੇ ਹੋ ਕਿ ਕਾਗਜ਼ ਦਾ ਹਾਲ ਦੇਖੋ, ਤੁਹਾਨੂੰ ਮੈਂ ਦਿਖਾ ਰਿਹਾ। ਆਹ ਦੇਖੋ ਕਾਗਜ਼ ਦਾ ਕੀ ਹਾਲ ਹੋਇਆ। ਇਹਦੇ ਤੇ ਗੋਲਡ ਦੇ ਇਹ ਸਾਰੀ ਗੋਲਡ ਲੱਗਿਆ ਦਾ ਉੱਪਰ। ਆਹ ਦੇਖੋ ਕਾਗਜ਼ ਦਾ ਕੀ ਹਾਲ ਹੋ ਰਿਹਾ। ਅਗਰ ਸਾਰੇ ਇਸ ਤਰ੍ਹਾਂ ਕਾਗਜ਼ ਹੋ ਜਾਣਗੇ ਤੇ ਫਿਰ ਇਸ ਕਾਗਜ਼ ਦੀ ਕੋਈ ਵੈਲਿਊ ਨਹੀਂ ਰਹਿੰਦੀ ਜੀ। ਉਹਨਾਂ ਦੇਖੋ ਨਾ ਮੈਡਮ, ਸਾਰਾ ਗੋਲਡ ਹੈ ਵਿੱਚ, ਗੋਲਡ ਦੇ ਲੱਗੇ ਦੇ ਸਾਰੇ ਵਿੱਚ। ਬਿਲਕੁਲ। ਇਹ ਹੁਣ ਜਿਵੇਂ ਤੁਹਾਨੂੰ ਆਹ ਦਿਖਾ ਰਿਹਾ ਮੈਂ, ਇਹ ਲਾਰਡ ਹੈਸਟਿੰਗ ਦੇ ਹੈ। ਇਹਨਾਂ ਨੇ ਸਰਕੂਲਰ ਪਾਸ ਕੀਤਾ ਦਾ ਕੋਈ ਸਰਕੂਲਰ ਇਨ ਲਾਰਡ ਹੈਸਟਿੰਗ ਦੇ ਹੈਗੇ। ਆ ਦੇਖੋ ਲਾਰਡ ਹੈਸਟਿੰਗ ਦੇ ਸਾਈਨ ਵੀ ਹੈ, ਲੇਕਿਨ ਕਾਗਜ਼ ਦੀ ਹਾਲਤ ਦੇਖੋ ਤੁਸੀਂ, ਕਾਗਜ਼ ਨੂੰ ਕੀੜਾ ਲੱਗਣਾ ਸ਼ੁਰੂ ਹੋ ਗਿਆ। ਅਗਰ ਇਸ ਤਰ੍ਹਾਂ ਹੀ ਰਹੇਗਾ ਤੇ ਸਾਰੇ ਕਾਗਜ਼ ਖਰਾਬ ਹੋ ਜਾਣਗੇ ਤਾਂ, ਤੇ ਕੋਈ ਸੰਭਾਲ ਵਾਲਾ ਲੈ ਜਾਏਗਾ ਕੋਈ ਮਿਊਜ਼ੀਅਮ 'ਚ, ਕੋਈ ਜਾਂ ਇਹਨੂੰ ਕਿਸੇ ਤਰੀਕੇ ਕੈਮੀਕਲ ਨਾਲ ਸੰਭਾਲ ਸਕੇਗਾ ਤੇ ਸੰਭਲ ਜਾਣਗੇ। ਪਹਿਚਾਣ ਕਿੱਦਾਂ ਕਰੋਗੇ? ਕੋਈ ਆਂਦਾ ਆ ਖਰੀਦਣ ਦੇ ਲਈ ਇਸ ਨੂੰ, ਤਾਂ ਕਿੱਦਾਂ ਪਹਿਚਾਣ ਹੋਏਗੀ ਕਿ ਹਾਂਜੀ ਇਹਨਾਂ ਦੇ ਹੱਥਾਂ ਦੇ ਵਿੱਚ ਸੁਰੱਖਿਅਤ ਰਹਿਣਗੇ? ਮੈਡਮ ਦੇਖੋ ਇਹ 'ਤੇ ਵਿਸ਼ਵਾਸ ਹੀ ਕੀਤਾ ਜਾ ਸਕਦਾ ਵਾ। ਜਿਵੇਂ ਅਸੀਂ ਵਿਸ਼ਵਾਸ ਕਰਨੇ ਆ ਲੋਕਾਂ 'ਤੇ, ਕੀ ਸਾਡੇ ਸੰਭਾਲ ਰੱਖਣਗੇ ਤੇ ਅਸੀਂ ਉਹਨਾਂ ਨੂੰ ਦਿਆਂਗੇ। ਜਿਹੜਾ ਨਹੀਂ ਸੰਭਾਲ ਰੱਖੇਗਾ ਤੇ ਉਸ ਬਾਰੇ ਮੈਂ ਮੈਡਮ ਕੀ ਦੱਸ ਸਕਦਾ ਤੁਹਾਨੂੰ। ਕੋਈ ਲਿਖਤੀ ਲਓਗੇ ਉਹਨਾਂ ਤੋਂ? ਬਿਲਕੁਲ ਲਿਖਤੀ ਲਾਂਗਾ ਜੀ, ਮੈਂ ਲਿਖਤ 'ਚ ਦਿਆਂਗਾ ਵੀ ਉਹਨਾਂ ਨੂੰ। ਜਿਹੜੇ ਮੈਂ ਕਾਗਜ਼ ਉਹਨਾਂ ਨੂੰ ਦਿਆਂਗਾ, ਮੈਂ ਉਹਨਾਂ ਕੋਲ ਆਪਣਾ ਉਹਨਾਂ ਦੀ ਆਧਾਰ ਕਾਰਡ, ਉਹਨਾਂ ਦੀ ਫੋਟੋਗ੍ਰਾਫਸ ਨਾਲ ਲਾਂਗਾ, ਉਹਨਾਂ ਦਾ ਸਾਈਨ ਕਰਵਾਵਾਂਗਾ। ਔਰ ਮੈਂ ਅਗਰ ਕਿਸੇ ਨੂੰ ਆਪਣੇ ਕਾਗਜ਼ ਦਿਆਂਗਾ ਤੇ ਮੈਂ ਆਪਣਾ ਆਧਾਰ ਕਾਰਡ ਉਹ ਫੋਟੋ ਨਾਲ ਦੇ ਕੇ ਆਪਣੇ ਸਾਈਨ ਕਰਕੇ ਦਿਆਂਗਾ ਪੇਪਰ ਦੇ ਬੈਕ ਸਾਈਡ ਤੇ ਕਿ ਜੀ ਇਹ ਮੈਂ ਦਿੱਤੇ ਇਹਨਾਂ ਨੂੰ। ਜੀ। ਇਹ ਵੀ ਹੋਏਗਾ ਕੋਈ ਕੀਮਤ ਤੈਅ ਕਰੋਗੇ? ਜੇਕਰ ਕੋਈ ਇੱਦਾਂ ਦੀ ਕੀਮਤ, ਇੱਕ ਐਸਟੀਮੇਟ ਦੱਸ ਰਹੀ ਹਾਂ, ਕੋਈ ਜ਼ਿਆਦਾ ਮੈਂ ਇਹ ਨਹੀਂ ਬੋਲ ਰਹੀ, ਕੋਈ 10 ਲੱਖ ਦੀ ਕੀਮਤ ਦੇਣ ਨੂੰ ਤਿਆਰ ਹੋਵੇ ਇਹਨਾਂ ਦੀ, ਤਾਂ ਤੁਸੀਂ ਕਹੋਗੇ ਠੀਕ ਹੈ ਮੈਂ ਫਾਈਨਲ ਕਰ ਰਿਹਾ? ਜਾਂ ਕੋਈ ਇਹ ਸੋਚੋਗੇ ਕਿ ਉੱਚਾ ਵੀ ਜਾ ਸਕਦੇ ਆਪਾਂ, ਕੋਈ ਨਿਲਾਮੀ ਦੇ ਲਈ ਬਾਹਰ ਕੋਈ ਪ੍ਰੋਗਰਾਮ ਦਾ ਆਰਗੇਨਾਈਜੇਸ਼ਨ ਕਰੋਗੇ, ਜਾਂ ਫਿਰ ਇੱਦਾਂ ਹੀ ਹੋਏਗਾ ਕਿ ਸਿੱਧਾ ਹੀ ਤੁਸੀਂ ਕਹੋਗੇ ਆਇਆ ਔਰ ਸਾਡੀ ਇੰਟਰਵਿਊ ਦੇਖਣ ਤੋਂ ਬਾਅਦ ਕਿਸੇ ਨੇ ਖਰੀਦਣਾ ਚਾਹਿਆ ਤੁਸੀਂ ਦੇ ਦੋਗੇ? ਨਹੀਂ ਮੈਡਮ, ਇਸ ਤਰ੍ਹਾਂ ਨਹੀਂ ਮੈਂ ਦਿਆਂਗਾ ਪੇਪਰ ਕਿਸੇ ਨੂੰ ਅਜੇ, ਕਿਉਂਕਿ ਮੈਂ ਆਪਣੇ ਫੈਮਿਲੀ ਮੈਂਬਰਸ ਨਾਲ ਗੱਲ ਕਰਕੇ, ਜੋ ਮੈਨੂੰ ਪ੍ਰਾਈਸ ਕੋਈ ਦੱਸੇਗਾ ਆਪਣੇ ਫੈਮਿਲੀ ਮੈਂਬਰ ਨਾਲ ਗੱਲ ਕਰਕੇ, ਫਿਰ ਮੈਂ ਦੇਖਾਂਗਾ ਕਿ ਮੈਨੂੰ ਇਹ ਸਹੀ ਆਦਮੀ ਲੱਗ ਰਿਹਾ ਕਿ ਨਹੀਂ ਲੱਗ ਰਿਹਾ, ਕਿ ਇਹ ਸੰਭਾਲ ਸਕਦਾ ਹੈ, ਕਿ ਇਹ ਸਿਰਫ ਆਪਣੇ ਸ਼ੌਂਕ ਵਾਸਤੇ ਲੈ ਕੇ ਜਾ ਰਿਹਾ ਹੈ, ਕਿ ਅੱਗੋਂ ਦੀ ਮੇਰੇ ਕੋਲ ਖਰੀਦ ਕੇ ਕਿਤੇ ਅੱਗੇ ਅੱਛੀ ਪ੍ਰਾਈਸ ਲੈ ਕੇ ਕਿਸੇ ਦੂਜੇ ਨੂੰ ਵੇਚ ਰਿਹਾ ਹੈ। ਤੇ ਇਸ ਕਰਕੇ ਮੈਂ ਉਹ ਬੰਦਾ ਵੇਖ ਕੇ ਫਿਰ ਪ੍ਰਾਈਸ ਡਿਸਾਈਡ ਕਰਾਂਗਾ ਔਰ ਉਹਨੂੰ ਤਦ ਹੀ ਦਿਆਂਗਾ, ਮੈਂ ਨਹੀਂ ਦਿਆਂਗਾ। ਕਿਉਂਕਿ ਮੈਂ ਇਹਨੇ ਕਈ ਸਾਲ ਹੋ ਗਏ ਮੇਰੇ ਬਜ਼ੁਰਗਾਂ ਨੇ ਸੰਭਾਲਿਆ ਦਾ, ਅਸੀਂ ਉਦੋਂ ਤਾਂ ਨਹੀਂ ਵੇਚੇ। ਹੁਣ ਜਿਹੜੇ ਮੈਂ ਦੇਖ ਰਿਹਾ ਕਿ ਪੇਪਰ ਖਰਾਬ ਹੋ ਰਹੇ ਨੇ, ਤਦ ਮੇਰੇ ਦਿਮਾਗ 'ਚ ਆਇਆ ਕਿ ਚਲੋ ਕੋਈ ਬੰਦਾ ਲੈ ਜਾਏਗਾ ਤੇ ਉਹਨੂੰ ਸੰਭਾਲ ਲਏਗਾ। ਤੁਸੀਂ ਆਪਣੇ ਬੱਚਿਆਂ ਨੂੰ ਇਹਦੇ ਬਾਰੇ ਜਾਣਕਾਰੀ ਦਿੰਦੇ ਹੁੰਦੇ ਆ ਕਿ ਇਹ ਉਹ ਖਜ਼ਾਨਾ ਆ ਸਾਡੇ ਬਜ਼ੁਰਗਾਂ ਦਾ ਪਿਆ ਹੋਇਆ? ਬੱਚਿਆਂ ਨੇ ਨਹੀਂ ਕਦੀ ਕਿਹਾ ਕਿ ਪਾਪਾ ਆਪਾਂ ਇਹਨੂੰ ਲੈਮੀਨੇਸ਼ਨ ਕਰਾਵਾਂਗੇ, ਘਰ ਵਿੱਚ ਰੱਖਾਂਗੇ, ਕੋਈ ਇਹਦੀ ਇੱਕ ਸਪੈਸ਼ਲ ਕਮਰਾ ਤਿਆਰ ਕੀਤਾ ਜਾਏਗਾ, ਅਸੀਂ ਉਹਦੇ ਲਈ ਰੱਖ ਲੈਣੇ? ਕਿਉਂਕਿ ਬਹੁਤ ਸਾਰੇ ਕਮਰੇ ਅਸੀਂ ਦੇਖ ਰਹੇ ਹਾਂ, ਤੁਹਾਡੇ ਕੋਲ ਇੰਨੇ ਸਾਰੇ ਤਾਂ ਕਮਰੇ ਪਏ ਹੋਏ ਆ। ਨਹੀਂ ਮੈਡਮ, ਬੱਚਿਆਂ ਨੂੰ ਪਤਾ ਵਾ ਮੇਰੇ ਕੋਲ ਡਾਕੂਮੈਂਟਸ ਹੈਗੇ ਆ, ਲੇਕਿਨ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਇਹ ਡਾਕੂਮੈਂਟਸ ਕੀ ਚੀਜ਼ ਹੈਗੇ ਆ। ਬੱਚੇ ਨਹੀਂ ਕਦੀ ਇੰਟਰਸਟ ਨਹੀਂ ਲੈਂਦੇ ਇਹਦੇ 'ਚ। ਮੈਂ ਹੀ ਬੱਚਿਆਂ ਨੂੰ ਦੱਸਣਾ ਕਿ ਮੇਰੇ ਕੋਲ ਪੇਪਰ ਹੈ, ਜਿਵੇਂ ਤੁਸੀਂ ਆਏ ਹੋ, ਹੁਣ ਮੇਰਾ ਬੇਟਾ ਸੀਗਾ, ਮੇਰੀ ਮਿਸਿਸ ਸੀਗੀ, ਉਹ ਵੇਖ ਕੇ ਚਲੇ ਜਾਂਦੇ ਆ, ਕਿਉਂਕਿ ਸਾਨੂੰ ਪੜ੍ਹਿਆ ਨਹੀਂ ਜਾਂਦਾ ਸਾਡੇ ਕੋਲ ਇਹਦੀ ਲਿਖਿਆ ਕੀ ਹੈ। ਜਿੰਨੀ ਕਿ ਅਸੀਂ ਇਹਨੂੰ ਪੜ੍ਹਾਂਗੇ ਨਹੀਂ, ਸਾਨੂੰ ਪਤਾ ਹੀ ਨਹੀਂ ਚੱਲੇਗਾ ਕੀ ਲਿਖਿਆ ਦਾ ਵਾ। ਜਿਹੜੇ ਪੜ੍ਹ ਲਾਂਗੇ ਸਾਨੂੰ ਪਤਾ ਲੱਗ ਜਾਏਗਾ ਜੀ ਇਹਦੇ 'ਚ ਕੀ ਚੀਜ਼ ਲਿਖੀ ਦੀ ਹੈ। ਫਿਰ ਤੇ ਘਰ ਦੇ ਬੱਚੇ ਵੀ ਇੰਟਰਸਟ ਲੈ ਸਕਦੇ ਨੇ, ਮੇਰੀਆਂ ਬੇਟੀਆਂ, ਮੇਰਾ ਬੇਟਾ, ਮੇਰੀ ਸਿਸਟਰ ਵਗੈਰਾ ਇੰਟਰਸਟ ਲੈ ਸਕਦੇ ਨੇ, ਕਿਉਂਕਿ ਜਿੰਨੀ ਕਿ ਅਸੀਂ ਸਾਨੂੰ ਪਤਾ ਹੀ ਨਹੀਂਗਾ ਕੀ ਲਿਖਿਆ ਦਾ ਵਿੱਚ। ਇਹ ਨਹੀਂ ਤੁਹਾਨੂੰ ਪਤਾ ਕਿ ਉਰਦੂ ਹੈ, ਅਰਬੀ ਹੈ, ਯੂਨਾਨੀ ਹੈ, ਕੀ ਲਿਖਿਆ ਦਾ ਵਾ। ਅਸੀਂ ਤਾਂ ਲੇਕਿਨ ਮੇਰੇ ਜਿਹੜੇ ਉੱਪਰ ਲੱਗਾ, ਮੇਰੇ ਗ੍ਰੈਂਡਫਾਦਰ ਨੇ ਸਲਿੱਪਾਂ ਲਾਈ ਦੀਆਂ ਕਈਆਂ ਦੇ, ਤੇ ਜਿੰਦੇ ਸਲਿੱਪਾਂ ਲੱਗੀ ਦੀਆਂ ਉਹ ਅਸੀਂ ਪੜ੍ਹ ਸਕਦੇ ਹਾਂ, ਕਿਉਂਕਿ ਉਹ ਇੰਗਲਿਸ਼ 'ਚ ਹੈਗੇ ਨੇ, ਉਹ ਅਸੀਂ ਪੜ੍ਹ ਸਕਦੇ ਹਾਂ। ਹੁਣ ਜਿਹੜੇ ਉਰਦੂ 'ਚ ਜਾਂ ਹੋ ਗਏ, ਸਾਨੂੰ ਸਮਝ ਨਹੀਂ ਲੱਗ ਰਹੀ ਕੀ ਲਿਖੇ ਦੇ ਵਿੱਚ। ਤੁਸੀਂ ਗੱਲ ਕਰੋ, ਤੁਸੀਂ 7ਵੀਂ ਪੀੜ੍ਹੀ ਦੇ ਵਿੱਚੋਂ ਆ, ਜਿਹੜੀ ਤੁਹਾਡੀ ਸਭ ਤੋਂ ਪਹਿਲੀ ਪੀੜ੍ਹੀ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੇ ਖਾਲਸਾ ਵਿੱਚ ਹੋਇਆ ਕਰਦੀ ਸੀ। ਉਸ ਤੋਂ ਬਾਅਦ ਲਗਾਤਾਰ ਬੈਕ ਟੂ ਬੈਕ ਕਿੰਨੀਆਂ ਪੀੜ੍ਹੀਆਂ ਨੇ ਸਵਰਾਜ ਵਿੱਚ ਜਿਹੜੇ ਆ ਕੰਮ ਕੀਤਾ ਹੈਗਾ? ਮੈਡਮ ਇਹਨਾਂ 'ਚ ਸਿਰਫ 2 ਪੀੜ੍ਹੀਆਂ ਨੇ ਕੀਤਾ, ਇੱਕ ਆਨੰਦ ਸਿੰਘ ਜੀ ਨੇ ਔਰ ਇੱਕ ਕਿਸ਼ਨ ਚੰਦ ਜੀ ਨੇ, ਔਰ ਥਰਡ ਹੈਗੇ ਨੇ ਰਾਏ ਗੋਬਿੰਦ ਜਸ। ਇਹ 3 ਜਣਿਆਂ ਨੇ ਕੀਤਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਕੰਮ। ਫਿਰ ਮਹਾਰਾਜਾ ਰਣਜੀਤ ਸਿੰਘ ਬਾਰੇ ਕੀ ਕੁਛ ਜਾਣਦੇ ਹੋ ਤੁਸੀਂ? ਉਹਨਾਂ ਦੀ ਛਵੀ ਕਿਸ ਤਰ੍ਹਾਂ ਆਪਣੇ ਦਿਮਾਗ ਵਿੱਚ ਬਣਾਈ ਹੋਈ ਹੈ ਤੁਸੀਂ? ਮੈਡਮ ਦੇਖੋ, ਅੱਛੇ ਰਾਜਾ ਸੀਗੇ ਔਰ ਅੱਛੀ ਆਪਣੇ ਜੋ ਜਿੰਨੀ ਦੇਰ ਉਹਨਾਂ ਨੇ ਰਾਜ ਕੀਤਾ ਅੱਛਾ ਕੀਤਾ ਵਾ। ਸ਼ੇਰੇ ਪੰਜਾਬ ਘੁਲਾਉਂਦੇ ਸੀਗੇ। ਸ਼ੇਰੇ ਪੰਜਾਬ ਕਿਵੇਂ ਥੋੜ੍ਹੀ ਘਵਾਇਆ ਜਾ ਸਕਦਾ। ਸ਼ੇਰੇ ਪੰਜਾਬ ਮੀਨਸ ਪੰਜਾਬ ਦਾ ਸ਼ੇਰ। ਪੰਜਾਬ ਦਾ ਸ਼ੇਰ ਕਿਹੋ ਜਿਹਾ ਹੁੰਦਾ ਤੁਹਾਨੂੰ ਪਤਾ ਹੀ ਹੋਏਗਾ। ਫਿਰ ਜੀ, ਮਹਾਰਾਜਾ ਰਣਜੀਤ ਸਿੰਘ ਬਾਰੇ ਅਸੀਂ ਇੱਕ ਵਾਰੀ ਜ਼ਰੂਰ ਬਰੀਕੀ ਦੇ ਨਾਲ ਦੱਸਣਾ ਚਾਹਾਂਗੇ।
ਬਿਲਕੁਲ ਜੀ, ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਸੀ। ਮਹਾਰਾਜ ਸਾਹਿਬ ਨੇ ਸਿਰਫ ਰਾਜ ਹੀ ਨਹੀਂ ਕੀਤਾ, ਤੁਸੀਂ ਵੀ ਪਹਿਲਾਂ ਜ਼ਿਕਰ ਕਰ ਰਹੇ, ਉਹਨਾਂ ਪੰਜਾਬੀਆਂ ਦੇ ਦਿਲਾਂ ਤੇ ਰਾਜ ਕੀਤਾ। ਤੇ ਉਹਨਾਂ ਦੀ ਖਾਸ ਗੱਲ ਇਹ ਵੀ ਸੀ ਕਿ ਉਹਨਾਂ ਨੇ ਉਲਟੀ ਗੰਗਾ ਵਹਾਈ ਸੀ। ਉਸ ਤੋਂ ਪਹਿਲਾਂ ਜਿੰਨੇ ਵੀ ਹਮਲਾਵਰ ਸੀ ਉਹ ਅਫਗਾਨਿਸਤਾਨ ਤੋਂ ਆਉਂਦੇ ਸੀ, ਪੰਜਾਬ ਦੇ ਰਾਹੀਂ ਦਿੱਲੀ ਤੱਕ ਉਹ ਸਾਰੇ ਹਿੰਦੁਸਤਾਨ ਨੂੰ ਲੁੱਟਦੇ ਸੀ। ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੀ ਵਾਗਡੋਰ ਸੰਭਾਲੀ ਤਾਂ ਪੰਜਾਬ ਵੱਲੋਂ ਅਫਗਾਨਿਸਤਾਨ ਨੂੰ ਹਮਲੇ ਹੋਏ ਤੇ ਜਿਹੜਾ ਖਾਲਸਾ ਰਾਜ ਸੀ ਉਹ ਅਫਗਾਨਿਸਤਾਨ ਦਾ ਕਾਬਲ ਕੰਧਾਰ ਤੱਕ ਗਿਆ, ਜਮਰੌਦ ਦਾ ਕਿਲਾ ਵੀ ਫਤਿਹ ਕੀਤਾ। ਸੋ ਉਹਨਾਂ ਦਾ ਜਿਹੜਾ ਰਾਜ ਪ੍ਰਬੰਧ ਸੀ ਉਹ ਅੱਜ ਭਾਵੇਂ ਬੇਸ਼ੱਕ ਲੋਕਤੰਤਰੀ ਸਰਕਾਰਾਂ ਵਾ, ਮੈਂ ਤਾਂ ਇਹ ਵੀ ਕਿਸੇ ਮਹਿਸੂਸ ਕਰਦਾ ਕਿ ਉਹ ਅੱਜ ਦੀਆਂ ਲੋਕਤੰਤਰੀ ਸਰਕਾਰਾਂ ਨਾਲੋਂ ਵੀ ਉਹਨਾਂ ਦਾ ਰਾਜ ਪ੍ਰਬੰਧ ਬਹੁਤ ਵਧੀਆ ਸੀ, ਕਿਉਂਕਿ ਉਹਨਾਂ ਦੇ ਰਾਜ 'ਚ ਕਿਸੇ ਨੂੰ ਫਾਂਸੀ ਨਹੀਂ ਹੋਈ ਤੇ ਕਾਨੂੰਨ ਵਿਵਸਥਾ ਬਹੁਤ ਵਧੀਆ ਸੀ। ਜੇ ਕਿਤੇ ਕਾਲ ਪੈ ਜਾਂਦਾ ਤੇ ਮਹਾਰਾਜਾ ਸਾਹਿਬ ਪਾਂਡੀ ਬਾਦਸ਼ਾਹ ਬਣ ਜਾਂਦੇ ਸੀ ਤੇ ਖੁਦ ਸਿਰ ਤੇ ਪੰਡ ਚੁੱਕ ਕੇ ਗਰੀਬ ਦੇ ਘਰ ਅਨਾਜ ਛੱਡ ਕੇ ਆਉਂਦੇ ਸੀ। ਸੋ ਬਹੁਤ ਸਾਰੀਆਂ ਖੂਬੀਆਂ ਨੇ, ਤਾਂ ਹੀ ਜਦੋਂ ਕਿਤੇ ਹੁਣ ਵੀ ਕਿਤੇ ਵਰਲਡ ਲੈਵਲ ਤੇ ਵੀ ਸਰਵੇ ਚੱਲਦਾ ਵੀ ਕਿਹੜਾ ਵਧੀਆ ਬਾਦਸ਼ਾਹ ਹੋਇਆ ਤੇ ਮਹਾਰਾਜਾ ਰਣਜੀਤ ਸਿੰਘ ਇੱਕ ਨੰਬਰ ਤੇ ਆਉਂਦੇ ਆ। ਸੋ ਉਹਨਾਂ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸਾਨੂੰ ਜਾਣਕਾਰੀ ਦੇਣ ਲਈ। ਸਨ ਬਟਾਲਾ ਦੇ ਘਰ ਵਿੱਚ ਰਹਿੰਦੇ ਨੇ, ਪਰਿਵਾਰ 'ਚ ਰਹਿੰਦੇ ਨੇ। ਇੱਕ ਵਾਰ ਤੁਹਾਨੂੰ ਜਿਹੜਾ ਘਰ ਹੈ ਉਹਦੀਆਂ ਤਸਵੀਰਾਂ ਦਿਖਾ ਦਿੰਦੇ ਕਿ ਕਿਸ ਤਰ੍ਹਾਂ ਜਿਹੜਾ ਘਰ ਬਣਿਆ ਹੋਇਆ। ਇੱਕ ਵਾਰ ਤਸਵੀਰ ਪਹਿਲਾਂ ਤੁਸੀਂ ਸਾਰੇ ਘਰ ਦੀ ਜ਼ਰੂਰ ਨਜ਼ਰ ਮਾਰੋ। ਸੋ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ, ਉਹ ਦਰਵਾਜ਼ਾ ਵੀ ਦਿਖਾਇਆ ਕਿ ਕਿਸ ਤਰ੍ਹਾਂ ਉਹ ਦਰਵਾਜ਼ਾ ਬੰਦ ਹੁੰਦਾ ਹੈ, ਕਿਸ ਤਰ੍ਹਾਂ ਉਹ ਖੁੱਲ੍ਹਦਾ ਹੈ। ਫਿਰ ਘਰ 'ਚ ਅਸੀਂ ਜਦੋਂ ਐਂਟਰੀ ਕਰਦੇ ਹਾਂ ਤਾਂ ਅੱਜ ਵੀ ਉਹ ਪੁਰਾਣੇ ਸਮੇਂ ਵਾਲਾ ਜਿਹੜਾ ਮਹਿਲ ਤਿਆਰ ਕੀਤਾ ਜਾਂਦਾ ਉਸ ਤਰ੍ਹਾਂ ਸਾਨੂੰ ਨਜ਼ਰ ਆਉਂਦਾ ਹੈ। ਔਰ ਘਰ ਦੇ ਜੇ ਕਮਰਿਆਂ ਵਿੱਚ ਜਦੋਂ ਅਸੀਂ ਐਂਟਰ ਹੁੰਦੇ ਹਾਂ ਤਾਂ ਨਾਲ ਦੀ ਨਾਲ ਹਰ ਜਿਹੜਾ ਦਰਵਾਜ਼ਾ ਇੱਕ ਦੂਜੇ ਕਮਰੇ ਦੇ ਨਾਲ ਕਨੈਕਟ ਹੈ। ਤੇ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ, ਪਰਿਵਾਰ ਦੇ ਕੋਲ ਇਹ ਅਨਮੋਲ ਖਜ਼ਾਨਾ ਜ਼ਰੂਰ ਹੈ। ਸੁਨੀਲ ਭੰਡਾਰੀ ਦੇ ਘਰ ਤੁਸੀਂ ਆ ਸਕਦੇ ਹੋ। ਇਹ ਭੰਡਾਰੀਆਂ ਦਾ ਮਹੱਲਾ ਵੱਜਦਾ ਹੈ ਬਟਾਲਾ। ਜਦੋਂ ਐਂਟਰ ਹੋਵੋਗੇ ਤਾਂ ਭੰਡਾਰੀ ਗੇਟ ਤੇ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਏਗਾ ਕਿ ਅਸੀਂ ਭੰਡਾਰੀ ਮਹੱਲੇ ਵਿੱਚ ਜਿਹੜਾ ਐਂਟਰ ਕਰ ਚੁੱਕੇ ਹਾਂ। ਔਰ ਤੁਸੀਂ ਸੁਨੀਲ ਭੰਡਾਰੀ ਦੇ ਘਰ ਆ ਸਕਦੇ ਹੋ, ਜਿੱਥੇ ਤੁਸੀਂ ਇਸ ਅਨਮੋਲ ਖਜ਼ਾਨੇ ਨੂੰ ਲੈ ਕੇ ਜਾ ਸਕਦੇ ਹੋ। ਜੇਕਰ ਕੋਈ ਇਸ ਦਾ ਕਦਰਦਾਨ ਹੈ, ਜੇਕਰ ਤੁਸੀਂ ਸਾਂਭੋਗੇ ਤਾਂ ਹੀ ਲੈ ਕੇ ਜਾਇਓ, ਤਾਂ ਹੀ ਆਇਓ। ਕੀਮਤ ਅਦਾ ਕਰ ਲਈ, ਕੀਮਤ ਦੀ ਮਾਇਨੇ ਨਹੀਂ ਰੱਖਦੀ, ਪਰ ਇਹਦੀ ਕੀਮਤ ਜਿਹੜੀ ਹੈ ਬਹੁਤ ਉੱਚੀ ਹੈ। ਪੈਸਾ ਜਿਹੜਾ ਅਨਮੋਲ ਨਹੀਂ ਹੈ, ਪਰ ਇਹ ਚੀਜ਼ਾਂ ਜਿਹੜੀਆਂ ਨੇ ਜੇਕਰ ਇਸ ਨੂੰ ਕੋਈ ਖਰੀਦੇਗਾ ਤਾਂ ਬਹੁਤ ਸਾਰੇ ਜਿਹੜੇ ਵੱਡੇ ਰਾਜ ਵੀ ਨੇ ਇਸ ਦੇ ਵਿੱਚੋਂ ਖੁੱਲ੍ਹ ਸਕਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦੌਰਾਨ ਕੀ ਕੁਝ ਹੋਇਆ ਕਰਦਾ ਸੀ। ਜੇਕਰ ਤੁਸੀਂ ਆਉਣਾ ਹੈ ਤਾਂ ਜ਼ਰੂਰ ਆ ਕੇ ਇਸ ਦੀ ਜਿਹੜੀ ਕੀਮਤ ਹੈ ਅਦਾ ਕਰਕੇ ਇਸ ਨੂੰ ਲੈ ਕੇ ਜਾ ਸਕਦੇ ਹੋ। ਹੁਣ ਤੁਹਾਡੇ ਤੋਂ ਰਵਾਂਗੇ ਆਗਿਆ। ਸਹਿਯੋਗੀ ਸਾਥੀ ਕਮਲ ਦੇ ਨਾਲ ਮਨਦੀਪ ਕੌਰ ਸੰਧੂ, ਬਟਾਲਾ ਤੋਂ।